ਕੁੱਖ ਤੋਂ ਜਦੋਂ ਆਮਦ ਹੋਈ ਇਹਨਾਂ ਦੀ, ਕਿਉਂਕਿ 1564 ਦੇ ਵਿੱਚ ਬੇਬੇ ਨਾਨਕੀ ਜੀ ਦਾ ਪ੍ਰਕਾਸ਼ ਹੋਇਆ ਸੀ ਤੇ ਵਿਦਵਾਨ ਕਹਿੰਦੇ ਨੇ ਕਿ ਲਗਭਗ 5 ਸਾਲ ਬੇਬੇ ਨਾਨਕੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਾਲੋਂ ਵੱਡੀ ਹੈ। ਨਾਨਕ ਤੇ ਨਾਨਕੀ, ਨਾਨਕਿਆਂ ਦੇ ਘਰ ਦੇ ਵਿੱਚ ਜਨਮ ਹੋਣ ਕਰਕੇ ਉਹਦਾ ਨਾਮ ਹੀ ਨਾਨਕੀ ਰੱਖਿਆ ਗਿਆ। ਜਦੋਂ ਆਪਾਂ ਬੇਬੇ ਨਾਨਕੀ ਦਾ ਪ੍ਰਸੰਗ ਇਤਿਹਾਸ ਪੜ੍ਹਦੇ ਹਾਂ ਤਾਂ ਸਾਨੂੰ ਬਹੁਤ ਵੱਡੀ ਇੱਕ ਸਿੱਖਿਆ ਮਿਲਦੀ ਹੈ। ਜਿਹੜੇ ਲੋਕ ਇਹ ਕਹਿੰਦੇ ਨੇ ਕਿ ਜਿਹਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ, ਜਿਸ ਘਰ ਦੇ ਵਿੱਚ ਕੋਈ ਔਲਾਦ ਨਹੀਂ ਤੇ ਉਹਦਾ ਦੁਨੀਆ ਦੇ ਉੱਪਰ ਨਾਮੋ ਨਿਸ਼ਾਨ ਨਹੀਂ ਰਹਿੰਦਾ, ਤਾਂ ਉਹ ਲੋਕ ਜਦੋਂ ਇਹ ਗੱਲ ਕਹਿੰਦੇ ਨੇ ਜਿਨ੍ਹਾਂ ਦੇ ਘਰ ਔਲਾਦ ਨਹੀਂ, ਧੀ ਪੁੱਤਰ ਨਹੀਂ, ਉਹ ਮੇਰੀਆਂ ਭੈਣਾਂ, ਉਹ ਮੇਰੇ ਬਜ਼ੁਰਗ ਬੇਬੇ ਨਾਨਕੀ ਦੇ ਇਤਿਹਾਸ ਨੂੰ ਅੱਗੇ ਰੱਖਣ ਕਿ ਧੀਆਂ ਪੁੱਤਰਾਂ ਕਰਕੇ ਤੁਹਾਡੀ ਸੰਸਾਰ ਦੇ ਵਿੱਚ ਵਡਿਆਈ ਨਹੀਂ ਹੋਣੀ। ਇੱਥੇ ਜਿਨ੍ਹਾਂ ਦੇ ਚਾਰ ਨੇ ਉਹ ਵੀ ਰੋਂਦੇ ਫਿਰਦੇ ਨੇ, ਜਿਨ੍ਹਾਂ ਦੇ ਚਾਰ ਨੇ। ਪਰ ਜੇ ਧੀਆਂ ਪੁੱਤਰਾਂ ਕਰਕੇ, ਇਹ ਨਹੀਂ ਵੀ ਧੀ ਪੁੱਤਰ ਬੱਚੇ ਪਰਿਵਾਰ ਨਹੀਂ ਹੋਣਾ ਚਾਹੀਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪਰਿਵਾਰ ਹੈ। ਸ੍ਰੀ ਚੰਦ ਤੇ ਲਖਮੀ ਦਾਸ ਉਹਨਾਂ ਦੇ 2 ਪੁੱਤਰ ਨੇ। ਗੁਰੂ ਅੰਗਦ ਦੇ ਮਹਾਰਾਜ ਜੀ ਦਾ ਪਰਿਵਾਰ ਹੈ, ਬੱਚੇ ਨੇ, ਧੀਆਂ ਨੇ। ਮੈਂ ਅਰਜ਼ ਤਾਂ ਕਰਦਾ ਵੀ ਜਿਸ ਘਰ ਦੇ ਵਿੱਚ ਔਲਾਦ ਨਹੀਂ, ਇਹ ਦੁਨੀਆ ਦੇ ਲੋਕੋ ਉਸ ਭੈਣ ਨੂੰ ਤੇ ਉਸ ਪਤੀ ਨੂੰ, ਉਸ ਵੀਰ ਨੂੰ, ਉਸ ਪਰਿਵਾਰ ਨੂੰ ਕਦੇ ਵੀ ਤੁਸੀਂ ਨਿਸ਼ਾਨਾ ਬਣਾ ਕੇ ਉਹਨੂੰ ਇਹ ਨਾ ਕਹੋ ਵੀ ਇਹ ਤਾਂ ਦੁਨੀਆ ਤੋਂ ਔਤਰੇ ਜਾਣਗੇ। ਇਹਨਾਂ ਨੂੰ ਕਿਸੇ ਨੇ ਯਾਦ ਨਹੀਂ ਕਰਨਾ। ਜੇ ਆਪਾਂ ਗੱਲ ਕੱਲੀ ਔਲਾਦ ਦੀ ਕਰੀਏ ਤਾਂ ਬੇਬੇ ਨਾਨਕੀ ਦੀ ਕੁੱਖ ਤੋਂ ਕਿਸੇ ਔਲਾਦ ਦਾ ਜਨਮ ਨਹੀਂ ਹੋਇਆ। ਕਿ ਬੇਬੇ ਨਾਨਕੀ ਨੂੰ ਅੱਜ ਕੋਈ ਨਹੀਂ ਜਾਣਦਾ? ਕਿ ਬੇਬੇ ਨਾਨਕੀ ਦਾ ਦੁਨੀਆ ਦੇ ਉੱਪਰ ਕੀ ਨਾਮੋ ਨਿਸ਼ਾਨ ਨਹੀਂ? ਜਿੰਨਾ ਨਾਮੋ ਨਿਸ਼ਾਨ, ਜਿੰਨੀ ਵਡਿਆਈ, ਜਿੰਨੀ ਪ੍ਰਭਤਾ ਬੇਬੇ ਨਾਨਕੀ ਦੀ ਹੈ, ਦੁਨੀਆ ਦੇ ਵਿੱਚ ਕਿਸੇ ਹੋਰ ਧਰਮ ਦੇ ਇਸਤਰੀ ਦੀ ਨਹੀਂ ਹੋ ਸਕਦੀ। ਖੈਰ, ਜਿਹੜੀ ਬੇਨਤੀ ਕਰਾਂ, ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ, ਸਮਾਂ ਆਪਣੀ ਚਾਲੇ ਤੁਰਦਾ। ਕਿਉਂਕਿ ਅੱਜ ਆਪਾਂ ਕਹਿੰਦੇ ਹਾਂ ਸ਼੍ਰੀ ਨਨਕਾਣਾ ਸਾਹਿਬ। ਜਿਸ ਨਗਰ ਵਿੱਚ ਜਨਮ ਹੋਇਆ ਉਹਨੂੰ ਪਹਿਲਾਂ ਆਖਿਆ ਜਾਂਦਾ ਸੀ ਰਾਏਪੁਰ। ਰਾਏਪੁਰ ਤੋਂ ਬਾਅਦ ਉਹਦਾ ਨਾਮ ਪਿਆ ਰਾਏ ਭੋਏ ਦੀ ਤਲਵੰਡੀ, ਕਿਉਂਕਿ ਜਿਹੜਾ ਰਾਏ ਭੋਏ ਇੱਕ ਰਾਜਪੂਤ ਸੀ, ਪਰ ਉਹਨਾਂ ਸਮਿਆਂ ਦੇ ਵਿੱਚ ਰਾਜਪੂਤਾਂ ਨੂੰ ਮੁਸਲਮਾਨ ਬਣਾ ਲਿਆ ਜਾਂਦਾ ਸੀ। ਉਹ ਲੋਕਾਂ ਨੂੰ ਮੁਸਲਮਾਨ ਬਣਾ ਲਿਆ ਜਾਂਦਾ ਸੀ ਜਿਹੜੇ ਲੋਕ ਜ਼ਮੀਨ ਜਾਇਦਾਦ ਦਾ ਲੋਭ ਲਾਲਚ ਕਰਦੇ ਸਨ। ਉਹਨਾਂ ਨੂੰ ਆਖਿਆ ਜਾਂਦਾ ਸੀ ਕਿ ਤੁਹਾਨੂੰ ਅਸੀਂ ਜ਼ਮੀਨ ਜਾਇਦਾਦ ਦਿਆਂਗੇ। ਤਾਂ ਇਹ ਜਿਹੜਾ ਰਾਏ ਭੋਏ ਸੀ, ਇਹਨੂੰ ਉਸ ਸਮੇਂ ਜ਼ਮੀਨ ਜਾਇਦਾਦ ਜਗੀਰਾਂ ਦਿੱਤੀਆਂ ਗਈਆਂ ਤੇ ਇਹ ਮੁਸਲਮਾਨ ਬਣ ਗਿਆ ਸੀ। ਤੇ ਰਾਏ ਭੋਏ ਦੀ ਅੱਗੋਂ ਔਲਾਦ, ਉਹਦਾ ਪੁੱਤਰ ਸੀ ਰਾਏ ਬੁਲਾਰ। ਹੁਣ ਰਾਏ ਬੁਲਾਰ ਆਲੇ ਦੁਆਲੇ ਇਲਾਕੇ ਦੇ ਵਿੱਚ ਉਹਦੀ ਬੜੀ ਪ੍ਰਭਤਾ ਹੈ, ਬੜੀ ਉਹਦੀ ਵਡਿਆਈ ਹੈ। ਤੇ ਇਧਰੋਂ ਮਹਿਤਾ ਕਲਿਆਣ ਦਾਸ ਦੇ ਘਰ ਦੇ ਵਿੱਚ ਜਿਹੜਾ ਪੁੱਤਰ ਰੱਬੀ ਨੂਰ, ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਰੂਪ ਹੈ। ਕੱਲ ਤਾਰਨ ਗੁਰੂ ਨਾਨਕ ਆਇਆ। ਤੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਿਹੜੇ ਪਿਤਾ ਜੀ ਹਨ ਮਹਿਤਾ ਕਲਿਆਣ ਦਾਸ ਜੀ, ਉਹ ਰਾਏ ਬੁਲਾਰ ਦੇ ਕੋਲ ਉਸ ਸਮੇਂ ਪਟਵਾਰੀ ਨੇ। ਉਸ ਸਮੇਂ ਦੇ ਵਿੱਚ ਪਟਵਾਰੀ ਦਾ ਅਹੁਦਾ ਕੋਈ ਛੋਟਾ ਨਹੀਂ ਸੀ। ਅੱਜ ਦੇ ਸਮੇਂ ਵਿੱਚ ਵੀ ਪਟਵਾਰੀ ਕਿਸੇ ਦਾ ਕੋਈ ਮਾਣ ਨਹੀਂ। ਕੋਈ ਕੰਮ ਕਰਾਉਣਾ ਹੋਵੇ, ਤਨਖਾਹਾਂ ਲੈ ਕੇ ਵੀ ਉਹ ਕੰਮ ਨਹੀਂ ਕਰਦੇ, ਫਿਰ ਵੀ ਉਹ ਕੁੱਤੇ ਝਾਕ ਰੱਖਦੇ ਨੇ ਵੀ ਸ਼ਾਇਦ ਇਹ ਜ਼ਿਮੀਂਦਾਰ ਕੋਈ 150 ਤਾਂ ਹੁਣ ਨਿਆਣਾ ਨਹੀਂ ਲੈਂਦਾ। ਉਹ ਝਾਕ ਰੱਖਦੇ ਨੇ ਵੀ ਕੋਈ 1000-2000 ਦਵੇ ਤਾਂ ਇਹਦੀ ਜ਼ਮੀਨ ਦੀ ਮੈਂ ਫਰਦ ਕੱਢ ਕੇ ਦੇਵਾਂ, ਤਾਂ ਇਹਦਾ ਇੰਤਕਾਲ ਲਿਖਾਂ। ਪਰ ਰਾਏ ਬੁਲਾਰ ਦੇ ਕੋਲ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਿਤਾ ਮਹਿਤਾ ਕਲਿਆਣ ਦਾਸ ਪਟਵਾਰੀ ਨੇ। ਘਰ ਦਾ ਜਿਹੜਾ ਕਿੱਤਾ ਹੈ ਖੇਤੀਬਾੜੀ ਹੈ, ਪਰ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੱਲ ਤੱਕਿਆ। ਇਤਿਹਾਸ ਇਹ ਕਹਿੰਦਾ ਹੈ ਕਿ ਉਸ ਸਮੇਂ ਪਿਤਾ ਜੀ ਨੇ, ਮਾਤਾ ਜੀ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ, ਪੁੱਤਰ ਨਾਨਕ ਨੂੰ ਸਭ ਤੋਂ ਪਹਿਲੋਂ ਪੜ੍ਹਨ ਵਾਸਤੇ ਭੇਜਿਆ ਗੋਪਾਲ ਪਾਂਧੇ ਕੋਲ। ਉਸ ਤੋਂ ਬਾਅਦ ਫਿਰ ਭੇਜਿਆ ਜਾਂਦਾ ਇੱਕ ਮੁਸਲਮਾਨ ਹੈ ਕੁਤਬਦੀਨ, ਉਹਦੇ ਕੋਲ ਸੰਸਕ੍ਰਿਤ ਆਦਿਕ ਪੜ੍ਹਨ ਦੇ ਲਈ। ਕਿਉਂਕਿ ਜਿਹੜਾ ਜਨੇਊ ਪਾਇਆ ਸੀ ਨਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਗਲ ਵਿੱਚ, ਜਿਹੜਾ ਪਾ ਰਿਹਾ ਸੀ ਉਹਦਾ ਨਾਮ ਸੀ ਪੰਡਿਤ ਹਰਦਿਆਲ। ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਜਿੰਨੇ ਵੀ ਲੋਕ ਵਸਦੇ ਸਨ ਉਹਨਾਂ ਦਾ ਆਪੋ ਆਪਣਾ ਵੱਖੋ ਵੱਖਰਾ ਇੱਕ ਪ੍ਰੋਤ ਹੁੰਦਾ ਸੀ ਤੇ ਉਹ ਬੜਾ ਜ਼ਰੂਰੀ ਹੁੰਦਾ ਸੀ।
ਤੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕੁਝ ਸਮਾਂ ਗੋਪਾਲ ਪਾਂਧੇ ਕੋਲ ਪਾਇਆ ਗਿਆ, ਤੇ ਇਧਰੋਂ ਜਿਹੜਾ ਕੁਤਬਦੀਨ ਮੁਸਲਮਾਨ ਨੇ, ਇਹਨਾਂ ਨੇ ਜਦੋਂ ਦੇਖਿਆ ਕਿ ਇਹ ਜਿਹੜਾ ਬੱਚਾ ਹੈ ਵੇਖਣ ਦੇ ਵਿੱਚ ਵੀ ਇਹਦਾ ਜਿਹੜਾ ਹੁਨਰ ਹੈ, ਜਿਹੜੀ ਇਹਦੇ ਮਨ ਦੀ ਜਿਹੜੀ ਇਹਦੇ ਅੰਦਰੋਂ ਜਿਹੜੀਆਂ ਤਰੰਗਾਂ ਆ ਰਹੀਆਂ ਨੇ, ਇਹ ਸਾਰਿਆਂ ਨਾਲੋਂ ਵੱਖਰਾ ਹੀ ਜਾਪਦਾ ਹੈ। ਇਹਨੂੰ ਅਸੀਂ ਇੱਕ ਅੱਖਰ ਪੜ੍ਹਾਉਣੇ ਆ, ਪਰ ਇੱਕ ਇੱਕ ਅੱਖਰ ਤੇ ਉਹਦਾ ਔਂਕੜ ਦਲੈਂਕੜ ਸਿਹਾਰੀ ਬਿਹਾਰੀ ਉਹਦਾ ਮਤਲਬ ਵੀ ਇਹ ਪੁੱਛਦਾ। ਕਹਿੰਦੇ ਇਹ ਦੱਸੋ ਵੀ ਇਹਦਾ ਮਤਲਬ ਕੀ ਹੈ। ਉਹਨਾਂ ਦੇਖਿਆ ਵੀ ਇਹ ਪੜ੍ਹਨ ਨਹੀਂ ਆਇਆ, ਇਹ ਤਾਂ ਸਾਨੂੰ ਪੜ੍ਹਾਉਣ ਵਾਸਤੇ ਆਇਆ ਹੈ। ਇਤਿਹਾਸ ਕਹਿੰਦਾ ਵੀ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਉਮਰ ਲਗਭਗ 10 ਜਾਂ 11 ਸਾਲ ਦੀ ਹੋਈ ਨਾ, ਤਾਂ ਉਸ ਸਮੇਂ ਉਹਨਾਂ ਸਮਿਆਂ ਦੇ ਵਿੱਚ ਵੇਖੋ, ਜਦੋਂ ਇਤਿਹਾਸ ਪੜ੍ਹਦੇ ਆ ਤੇ ਲੋਕ ਇਹ ਮੰਨਦੇ ਨੇ, ਧਰਮ ਇਹ ਮੰਨਦਾ ਹੈ ਕਿ ਬੰਦੇ ਦੇ 2 ਜਨਮ ਨੇ। ਇੱਕ ਜਨਮ ਹੈ ਸਾਡੇ ਸਰੀਰ ਦਾ, ਜਿਹੜਾ ਸਾਡੇ ਮਾਤਾ ਪਿਤਾ ਦੇ ਸੰਜੋਗ ਦੇ ਕਰਕੇ ਸਾਡਾ ਜਨਮ ਹੁੰਦਾ ਹੈ ਸਰੀਰ ਦਾ, ਪਰ ਦੂਜਾ ਜਿਹੜਾ ਜਨਮ ਹੈ ਉਹ ਹੁੰਦਾ ਹੈ ਆਤਮਿਕ ਜੀਵਨ ਦਾ ਜਨਮ। ਆਤਮਾ ਦਾ ਜਿਹੜਾ ਜਨਮ ਹੈ ਨਾ, ਉਹ ਕਹਿੰਦੇ ਧਰਮ ਦੇ ਦੁਆਰਾ ਹੁੰਦਾ ਹੈ, ਵੀ ਜਦੋਂ ਕੋਈ ਧਾਰਮਿਕ ਰਸਮਾਂ ਕੀਤੀਆਂ ਜਾਂਦੀਆਂ ਨੇ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਬਖਸ਼ਿਸ਼ਾਂ ਦੇ ਮਾਲਕ ਮਹਿਤਾ ਕਲਿਆਣ ਦਾਸ ਜੀ, ਹੁਣ ਇੱਕ ਇਕੱਠ ਕੀਤਾ ਗਿਆ ਘਰ ਦੇ ਵਿੱਚ, ਉਹ ਦਿਨ ਮਿਥ ਲਿਆ ਗਿਆ ਕਿ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਜਨੇਊ ਪਾਉਣਾ ਹੈ। ਕਿਉਂਕਿ ਆਪਾਂ ਜਿਹੜੀ ਕਿਰਪਾਨ ਗਾਤਰੇ ਪਾਉਣੇ ਆਪਾਂ ਸੱਜੇ ਪਾਸੇ ਪਾਉਨੇ ਆ ਮੋਢੇ ਉੱਪਰ ਦੀ, ਤੇ ਜਿਹੜਾ ਜਨੇਊ ਹੈ ਨਾ ਉਹ ਖੱਬੇ ਪਾਸੇ ਪਾਈਦਾ ਹੈ, ਭਾਵ ਇਧਰੋਂ ਮੋਢੇ ਤੋਂ ਇਧਰਲੇ ਬੰਨੇ। ਪਰ ਜਦੋਂ ਕਹਿੰਦੇ ਮਨੁੱਖ ਦੀ ਮੌਤ ਹੋ ਜਾਂਦੀ ਹੈ ਨਾ ਹਿੰਦੂ ਧਰਮ ਦੇ ਵਿੱਚ, ਉਹਨੂੰ ਖੱਬੇ ਵਾਲੇ ਪਾਸਿਓਂ ਲਾ ਕੇ ਸੱਜੇ ਵਾਲੇ ਪਾਸੇ ਪਾਇਆ ਜਾਂਦਾ ਹੈ। ਤੇ ਜਨੇਊ ਵੀ ਵੱਖੋ ਵੱਖ ਹੁੰਦੇ ਸੀ, ਵੈਸ਼ ਦਾ ਵੱਖਰਾ ਹੁੰਦਾ ਸੀ, ਤੇ ਇਧਰੋਂ ਕਹਿੰਦੇ ਜਿਹੜਾ ਵੈਸ਼ ਆ ਉਹਦਾ ਵੱਖਰਾ ਹੁੰਦਾ ਸੀ, ਬ੍ਰਾਹਮਣ ਦਾ ਵੱਖਰਾ ਹੁੰਦਾ ਸੀ। ਇਹ ਵੱਖੋ ਵੱਖ ਜਨੇਊ ਪਾਏ ਜਾਂਦੇ ਸਨ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਪੂਰੀ ਤਿਆਰੀ ਕੀਤੀ ਗਈ, ਜਿੰਨੇ ਵੀ ਸਾਕ ਸੰਬੰਧੀ ਰਿਸ਼ਤੇਦਾਰ ਆਏ ਨੇ ਤੇ ਉਹ ਆਲੇ ਦੁਆਲੇ ਖਲੋਤੇ ਨੇ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਵਿਚਾਲੇ ਬਿਠਾਇਆ ਗਿਆ। ਗੁਰੂ ਨਾਨਕ ਸਾਹਿਬ ਪਹਿਲਾਂ ਨਹੀਂ ਬੋਲੇ, ਵੇਖਦੇ ਰਹੇ, ਤੱਕਦੇ ਰਹੇ ਕਿ ਇਹ ਕਰਦੇ ਕੀ ਪਏ ਨੇ। ਤੇ ਜਿਹੜੇ ਰਿਸ਼ਤੇਦਾਰ ਜਾਂ ਮੁਹੱਲੇ ਵਾਲੇ ਲੋਕ ਨੇ, ਉਹ ਵੇਖ ਰਹੇ ਨੇ ਵੀ ਜਦੋਂ ਹੀ ਜਨੇਊ ਪਾਇਆ ਜਾਏਗਾ ਤੇ ਆਪਾਂ ਸਾਰੇ ਉਸੇ ਵਕਤ ਤਾੜੀਆਂ ਮਾਰਾਂਗੇ ਤੇ ਮਾਤਾ ਤ੍ਰਿਪਤਾ ਤੇ ਮਹਿਤਾ ਕਲਿਆਣ ਦਾਸ ਜੀ ਨੂੰ ਵਧਾਈਆਂ ਦੇਵਾਂਗੇ ਕਿ ਤੁਹਾਡੇ ਬੱਚੇ ਨੇ ਇਹ ਜਿਹੜਾ ਹਿੰਦੂ ਧਰਮ ਹੈ ਇਹ ਗ੍ਰਹਿਣ ਕਰ ਲਿਆ, ਇਹ ਸਾਡੇ ਸਮਾਜ ਦਾ ਇੱਕ ਹਿੱਸਾ ਬਣ ਗਏ ਨੇ। ਤਾਂ ਜਦੋਂ ਕਹਿੰਦੇ ਉਹ ਪੰਡਿਤ ਹਰਦਿਆਲ ਸੀ ਨਾ, ਜਿਹੜਾ ਜਦੋਂ ਜਨੇਊ ਗੁਰੂ ਨਾਨਕ ਪਾਤਸ਼ਾਹ ਨੂੰ ਅਜੇ ਪਾਉਣ ਹੀ ਲੱਗਿਆ ਤੇ ਪਾਤਸ਼ਾਹ ਨੇ ਉੱਥੋਂ ਹੀ ਉਹਦਾ ਹੱਥ ਪਕੜ ਕੇ ਉਹਨੂੰ ਰੋਕ ਦਿੱਤਾ। ਗੁਰੂ ਬਾਬਾ ਜੀ ਕਹਿੰਦੇ ਇਹ ਤੂੰ ਕੀ ਪਾ ਰਿਹਾ? ਵੇਖੋ ਇੰਨੀ ਹਿੰਮਤ ਕਿਸੇ ਵਿੱਚ ਹੋ ਸਕਦੀ, ਕੋਈ ਬੰਦਾ ਇੱਥੇ ਦਰਬਾਰ ਵਿੱਚ ਮਨਮਤ ਕਰਦਾ ਹੋਵੇ, ਹੋ ਸਕਦਾ ਮੈਂ ਵੀ ਨਾ ਰੋਕਾਂ, ਹੋ ਸਕਦਾ ਤੁਸੀਂ ਵੀ ਨਾ ਰੋਕੋ, ਪਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੇਖੋ ਮਾਹੌਲ ਕਿੱਦਾਂ ਦਾ ਹੋਵੇਗਾ। ਇੱਕ ਹਿੰਦੂ ਧਰਮ ਦਾ ਆਗੂ ਪੰਡਿਤ ਹਰਦਿਆਲ ਉਹ ਜਨੇਊ ਪਾ ਰਹੇ ਆ, ਆਲੇ ਦੁਆਲੇ ਲੋਕ ਖਲੋਤੇ ਨੇ, ਕਿੰਨਾ ਪ੍ਰੈਸ਼ਰ ਹੋਵੇਗਾ। ਪਰ ਉਹ ਉਸ ਪ੍ਰੈਸ਼ਰ ਦੇ ਵਿੱਚ ਵੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਦਾ ਹੱਥ ਪਕੜ ਕੇ ਕਹਿੰਦੇ ਨੇ ਨਹੀਂ ਇਹ ਮੈਂ ਨਹੀਂ ਪਾਉਣਾ, ਇਹ ਕੀ ਹੈ? ਉਹ ਕਹਿੰਦਾ ਜਨੇਊ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਤਾਂ ਕਪਾਹ ਦਾ ਬਣਿਆ ਹੋਇਆ ਹੈ, ਇਹ ਤਾਂ ਇੱਕ ਧਾਗੇ ਦਾ ਬਣਿਆ ਹੈ, ਤੇ ਇਹ ਜਨੇਊ ਪਾ ਕਿੱਥੇ ਰਿਹਾ? ਉਹ ਕਹਿੰਦੇ ਤੁਹਾਡੇ ਤਨ ਨੂੰ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਇਹ ਜਿਹੜਾ ਜਨੇਊ ਤੂੰ ਪਾਉਣਾ ਪਿਆ, ਇਹ ਜਿਹੜਾ ਜਨੇਊ ਹੈ ਇਹ ਤਾਂ ਮੈਲਾ ਵੀ ਹੋ ਜਾਣਾ ਹੈ, ਇਹ ਟੁੱਟ ਵੀ ਜਾਣਾ ਹੈ, ਇਹਨੂੰ ਜੰਗਾਲ ਵੀ ਲੱਗ ਸਕਦਾ ਹੈ ਤੇ ਇਹ ਗਲ ਵੀ ਸਕਦਾ ਹੈ। ਇਹ ਜਨੇਊ ਤੂੰ ਤਨ ਨੂੰ ਪਾ ਰਿਹਾ ਹੈ, ਪਰ ਕਹਿੰਦੇ ਗੱਲ ਤਾਂ ਅੱਗੇ ਰੱਬ ਦੀ ਹੋ ਰਹੀ ਹੈ, ਆਤਮਾ ਨੂੰ ਤੂੰ ਕਿਹੜਾ ਜਨੇਊ ਪਾਏਂਗਾ? ਤੇ ਇੱਕਦਮ ਉਹ ਵੀ ਉੱਥੇ ਠਠੰਬਰ ਗਿਆ, ਕਿਉਂਕਿ ਇੱਕ ਬਹੁਤ ਵੱਡੀ ਇੱਕ ਉਸ ਸਮੇਂ ਦੇ ਜਿਹੜੇ ਸ਼ਾਸਤਰ ਸਨ ਨਾ, ਜਿਹੜੇ ਕਰਮ ਕਾਂਡ ਦੇ ਵਿੱਚ ਲੋਕਾਂ ਨੂੰ ਉਲਝਾਇਆ ਹੋਇਆ ਸੀ, ਕਿਸੇ ਦੀ ਹਿੰਮਤ ਨਹੀਂ ਸੀ ਕਿ ਐਡੀ ਵੱਡੀ ਕੋਈ ਗੱਲ ਕਹਿ ਦੇਵੇ, ਉਹ ਵੀ ਉਹ ਬੱਚਾ ਉਹਨਾਂ ਘਰਾਂ ਦੇ ਵਿੱਚ ਜਨਮ ਲੈਣ ਵਾਲਾ। ਤੇ ਜਿੰਨੇ ਲੋਕ ਆਲੇ ਦੁਆਲੇ ਖੜੇ ਸਨ ਸਭ ਨੇ ਕੰਨ ਚੱਕ ਲਏ ਵੀ ਹੈ ਆਹ ਕੀ ਹੋ ਗਿਆ, ਇਹ ਤਾਂ ਸਾਨੂੰ ਅੱਜ ਤੱਕ ਕਿਸੇ ਨੇ ਦੱਸਿਆ ਵੀ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਜਨੇਊ ਜਿਹੜਾ ਤੂੰ ਪਾ ਰਿਹਾ ਕਪਾਹ ਦਾ ਹੈ, ਇਹ ਟੁੱਟ ਜਾਏਗਾ, ਮੈਲਾ ਹੋ ਜਾਣਾ ਹੈ, ਜਦੋਂ ਮੌਤ ਹੋਵੇਗੀ ਤੇ ਜਦੋਂ ਸਰੀਰ ਨੂੰ ਚੁੱਕ ਕੇ ਲਿਜਾਓਗੇ ਨਾਲ ਹੀ ਇਹਨੇ ਸੜ ਕੇ ਸੁਆਹ ਹੋ ਜਾਣਾ ਹੈ। ਇੱਕ ਸੱਜਣ ਨੇ ਕਿਸੇ ਗੁਰਮੁਖ ਸੱਜਣ ਨੂੰ ਸਵਾਲ ਕੀਤਾ ਸੀ
ਉਹ ਕਥਾ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਹਿੰਦੂ ਧਰਮ ਦਾ ਸੀ ਕੋਈ, ਉਹ ਕਹਿੰਦਾ ਜੀ ਤੁਸੀਂ ਕਹਿੰਦੇ ਹੋ ਵੀ ਹਿੰਦੂਆਂ ਨੇ ਜਨੇਊ ਪਾਇਆ ਧਾਗੇ ਦਾ, ਤੁਸੀਂ ਇਹਦੀ ਨਿੰਦਾ ਕਰਦੇ ਹੋ। ਕਹਿੰਦਾ ਨਹੀਂ, ਨਿੰਦਿਆ ਨਹੀਂ, ਇਹ ਨਿੰਦਿਆ ਨਹੀਂ ਹੁੰਦੀ। ਨਿੰਦਿਆ ਹੁੰਦੀ ਹੈ ਵੀ ਕਿਸੇ ਬੰਦੇ ਦੀ ਕੋਈ ਗਲਤੀ ਨਹੀਂ, ਕਿਸੇ ਬੰਦੇ ਦਾ ਕੋਈ ਗੁਨਾਹ ਨਹੀਂ, ਉਸ ਬੰਦੇ ਨੂੰ ਪਿੱਠ ਪਿੱਛੇ ਬਾਰ-ਬਾਰ ਭੰਡਣਾ, ਉਹਦੇ ਉੱਪਰ ਦੂਸ਼ਣ ਲਾਉਣਾ, ਉਹਨੂੰ ਚੋਰ ਕਹਿਣਾ, ਪਰ ਜਦੋਂ ਮੂੰਹ ਤੇ ਆਵੇ ਤੇ ਉਹਨੂੰ ਜੀ ਕਹਿਣਾ, ਇਹਨੂੰ ਨਿੰਦਿਆ ਕਹਿੰਦੇ ਨੇ। ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਬਖਸ਼ਿਸ਼ਾਂ ਦੇ ਮਾਲਕ, ਰਹਿਮਤਾਂ ਦੇ ਸਾਗਰ, ਜਦੋਂ ਪੁੱਛਿਆ ਗਿਆ ਨਾ ਕਿਸੇ ਸੱਜਣ ਨੇ, ਉਸੇ ਵਿਸ਼ੇ ਤੇ ਆ ਜਾ, ਜਦੋਂ ਪੁੱਛਿਆ ਗਿਆ ਕਿ ਤੁਸੀਂ ਜਨੇਊ ਦੀ ਨਿੰਦਿਆ ਕਰਦੇ ਹੋ, ਤੁਸੀਂ ਗਾਤਰੇ ਕਿਰਪਾਨ ਨਹੀਂ ਪਾਉਂਦੇ, ਤੁਸੀਂ ਵੀ ਤੇ ਗਾਤਰੇ ਕਿਰਪਾਨ ਪਾਈ ਹੈ, ਇਹਦਾ ਕੀ ਫਾਇਦਾ ਹੋਇਆ? ਅੱਗੋਂ ਉਹ ਸੱਜਣ ਸੰਗਤ ਕਰਨ ਵਾਲਾ ਸੀ। ਵੇਖੋ, ਜੇ ਸੰਗਤ ਕਰਾਂਗੇ, ਗੁਰਮਤਿ ਨੂੰ ਸੁਣਾਂਗੇ ਤਾਂ ਸਾਨੂੰ ਸਮਝ ਪਏਗੀ। ਕਹਿੰਦੇ ਫਿਰ ਜਨੇਊ ਦੇ ਵਿੱਚ ਤੇ ਕਿਰਪਾਨ ਗਾਤਰੇ ਵਿੱਚ ਕੀ ਫਰਕ ਹੈ? ਤਾਂ ਅੱਗੋਂ ਉਹ ਅੰਮ੍ਰਿਤਧਾਰੀ ਸੱਜਣ ਕਹਿਣ ਲੱਗਾ, ਮਿੱਤਰਾ ਬਹੁਤ ਫਰਕ ਹੈ। ਮੰਨ ਲਓ ਤੇਰੇ ਨਾਲ ਕੋਈ ਝਗੜਾ ਹੋ ਜੇ, ਤੈਨੂੰ ਰਸਤੇ ਦੇ ਵਿੱਚ ਕੋਈ ਘੇਰ ਲਵੇ, ਤੈਨੂੰ 3 ਬੰਦੇ ਘੇਰ ਲੈਣ, ਤੂੰ ਦੱਸ ਜਨੇਊ ਨਾਲ ਕਿਹਦਾ ਗਲ ਘੁੱਟ ਦੇਂਗਾ? ਤੂੰ ਜਨੇਊ ਨਾਲ ਆਪਣੀ ਜਾਨ ਬਚਾ ਲੇਂਗਾ? ਕਿਸੇ ਨੂੰ ਬਚਾ ਸਕਦਾ ਹੈ? ਕਹਿੰਦੇ ਆਹ ਗਾਤਰੇ ਕਿਰਪਾਨ ਪਾਈ ਹੈ, ਇਹਦੇ ਨਾਲ ਮੈਂ ਆਪਣੀ ਵੀ ਰੱਖਿਆ ਕਰ ਸਕਦਾ ਤੇ ਦੂਜੇ ਦੀ ਵੀ ਰੱਖਿਆ ਕਰ ਸਕਦਾ। ਇਸ ਲਈ ਕਿਰਪਾਨ ਤੇ ਜਨੇਊ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਸ ਜਨੇਊ ਦੀ ਤੁਲਨਾ ਤੂੰ ਸਾਡੀ ਕਿਰਪਾਨ ਨਾਲ ਨਹੀਂ ਕਰ ਸਕਦਾ। ਤੇਰਾ ਜਨੇਊ ਤੈਨੂੰ ਮੁਬਾਰਕ ਹੈ, ਉਹਦੀ ਨਿੰਦਿਆ ਨਹੀਂ, ਪਰ ਸਾਡੀ ਜਿਹੜੀ ਕਿਰਪਾਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਆਪਣੀ ਰੱਖਿਆ ਲਈ ਤੇ ਦੂਜੇ ਦੀ ਰੱਖਿਆ ਦੇ ਵਾਸਤੇ। ਖੈਰ, ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਕਿ ਜਦੋਂ ਜਨੇਊ ਪਾਉਣ ਲੱਗੇ ਤੇ ਗੁਰੂ ਬਾਬਾ ਜੀ ਨੇ ਰੋਕ ਲਿਆ। ਉਹ ਸ਼ਲੋਕ ਆਸਾ ਜੀ ਦੀ ਵਾਰ ਦੇ ਵਿੱਚ ਤੁਸੀਂ ਰੋਜ਼ ਪੜ੍ਹਦੇ ਹੋ। ਮੈਂ ਹਮੇਸ਼ਾ ਬੇਨਤੀ ਕਰਦਾ, ਕਿਉਂਕਿ 22 ਵਾਰਾਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਉਚਾਰਨ ਕੀਤੀਆਂ। ਉਹਨਾਂ 22 ਵਾਰਾਂ ਦੇ ਵਿੱਚੋਂ ਇੱਕ ਵਾਰ ਹੈ ਆਸਾ ਕੀ ਵਾਰ, ਜਿਹਨੂੰ ਆਪਾਂ ਆਸਾ ਜੀ ਦੀ ਵਾਰ ਵੀ ਕਹਿ ਦਿੰਦੇ ਹਾਂ। ਕਈ ਸੱਜਣ ਇਸ ਗੱਲ ਪਿੱਛੇ ਵੀ ਝਗੜਦੇ ਨੇ, ਕਹਿੰਦੇ ਜੀ ਆਸਾ ਕੀ ਕਹੀਏ ਜਾਂ ਆਸਾ ਜੀ ਦੀ ਕਹੀਏ। ਪਰ ਮੈਂ ਜਿਹੜੀ ਅਰਜ਼ ਕਰਾਂ, ਆਸਾ ਜੀ ਦੀ ਵਾਰ ਦਾ ਰੋਜ਼ ਕੀਰਤਨ ਕੌਮ ਨੇ, ਪੰਥ ਨੇ ਇਹਨੂੰ ਕਿਉਂ ਪ੍ਰਮਾਣਿਤ ਕੀਤਾ? ਕਿਉਂਕਿ ਆਸਾ ਜੀ ਦੀ ਵਾਰ ਹੀ, ਬਾਣੀ ਸਾਰੀ ਸਤਿਕਾਰਯੋਗ ਹੈ, ਪਰ ਮੇਰੇ ਸਤਿਗੁਰਾਂ ਨੇ ਆਸਾ ਜੀ ਦੀ ਵਾਰ ਦੇ ਵਿੱਚ ਜਦੋਂ ਅੰਮ੍ਰਿਤ ਵੇਲੇ ਬਾਣੀ ਪੜ੍ਹੀ ਜਾਂਦੀ ਹੈ ਨਾ, ਕੀਰਤਨ ਰੂਪ ਵਿੱਚ ਗਾਇਨ ਕੀਤੀ ਜਾਂਦੀ ਹੈ, ਤਾਂ ਵੇਖੋ ਜਦੋਂ ਸਿੱਖ ਗੁਰਦੁਆਰੇ ਆਉਂਦੇ, ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਅੰਮ੍ਰਿਤ ਵੇਲੇ ਤੋਂ ਕਰਦਾ ਹੈ। ਜਦੋਂ ਉਹ ਗੁਰਦੁਆਰੇ ਆਏਗਾ, ਜਦੋਂ ਉਹ ਬਾਣੀ ਸੁਣੇਗਾ ਜਾਂ ਆਪ ਉਸ ਬਾਣੀ ਨੂੰ ਵਾਚੇਗਾ, ਪੜ੍ਹੇਗਾ, ਕਿਉਂਕਿ ਮੇਰੇ ਬਾਬਾ ਜੀ ਨੇ ਇਸ ਬਾਣੀ ਦੇ ਵਿੱਚ ਕਰਮ ਕਾਂਡ, ਵਹਿਮ ਭਰਮ ਦੀਆਂ ਧੱਜੀਆਂ ਉਡਾਈਆਂ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਨੂੰ ਇਹ ਸਿਖਾ ਕੇ ਗਏ ਨੇ ਕਿ ਸਿੱਖਾ, ਜਦੋਂ ਤੂੰ ਆਪਣੀ ਜ਼ਿੰਦਗੀ, ਜੀਵਨ ਜਿਉਣ ਦਾ ਢੰਗ, ਤਰੀਕਾ ਆਰੰਭ ਕਰਨਾ ਤਾਂ ਤੂੰ ਆਹ ਬਾਣੀ ਜਦੋਂ ਸੁਣੇਗਾ ਤੇ ਕਰਮ ਕਾਂਡਾਂ ਤੋਂ ਰਹਿਤ ਹੋ ਜਾਏਗਾ। ਤੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਲੱਗੇ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਰੋਕਦੇ ਨੇ, ਸ਼ਲੋਕ ਤੁਹਾਡੇ ਯਾਦ ਹੋਣੇ। ਇੱਕੋ ਹੀ ਪ੍ਰਮਾਣ ਦੇ ਕੇ ਮੈਂ ਅੱਗੇ ਚੱਲਾਂ ਤਾਂ ਗੁਰੂ ਪਾਤਸ਼ਾਹ ਦਾ ਉਹ ਬਚਨ, ਦਇਆ ਕਪਾਹ ਸੰਤੋਖ ਸੂਤ। ਪਾਤਸ਼ਾਹ ਕਹਿੰਦੇ ਆਹ ਮੈਨੂੰ ਸੂਤ ਨਹੀਂ ਚਾਹੀਦਾ, ਜਿਹੜਾ ਤੂੰ ਇੱਕ ਕਪਾਹ ਦਾ ਬਣਾਇਆ ਹੋਇਆ, ਇਹ ਸੂਤ ਨਹੀਂ ਚਾਹੀਦਾ। ਪਾਤਸ਼ਾਹ ਕਹਿੰਦੇ ਦਇਆ ਦੀ ਕਪਾਹ ਹੋਵੇ, ਦਇਆ ਕਪਾਹ ਸੰਤੋਖ ਸੂਤ, ਸੰਤੋਖ ਵਾਲਾ ਸੂਤ ਹੋਵੇ ਜੀਵਨ ਵਿੱਚ। ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ, ਭਾਵ ਜਿਹੜੀਆਂ ਗੰਢਾਂ ਤੂੰ ਸੂਤ ਨੂੰ ਦਿੱਤੀਆਂ ਨੇ, ਇਹ ਤੇ ਖਿੱਚਾਂਗੇ ਤੇ ਇਹਨੇ ਟੁੱਟ ਜਾਣਾ ਹੈ। ਪਾਤਸ਼ਾਹ ਕਹਿੰਦੇ ਇਹ ਜਿਹੜਾ ਜਨੇਊ ਤੂੰ ਪਾ ਰਹੇ ਹੈ, ਇਹ ਪਾ ਰਹੇ ਹੈ ਤੂੰ ਮੇਰੇ ਤਨ ਨੂੰ, ਮੇਰੇ ਸਰੀਰ ਨੂੰ। ਸਰੀਰ ਨਾਸਵੰਤ ਹੋ ਜਾਣਾ, ਸਰੀਰ ਨਹੀਂ ਰਹਿਣਾ। ਤੇ ਗੁਰੂ ਬਾਬਾ ਜੀ ਕਹਿੰਦੇ, ਪੰਡਿਤ ਜੀ, ਜੇ ਤਾਂ ਤੁਹਾਡੇ ਕੋਲ ਆਤਮਾ ਨੂੰ ਪਾਉਣ ਵਾਲਾ ਜਨੇਊ ਹੈ, ਉਹ ਜਨੇਊ ਮੇਰੇ ਪਾਓ। ਤੇ ਸਤਿਗੁਰੂ ਕਹਿੰਦੇ ਉਹ ਜਨੇਊ ਤੈਨੂੰ ਮੈਂ ਦੱਸਦਾ ਕਿਹੜਾ, ਜੇ ਹੈਗਾ ਤਾਂ ਪਾ ਦੇ, ਨਹੀਂ ਆਪਣਾ ਚੱਕ ਲਾ। ਦਇਆ ਕਪਾਹ, ਦਇਆ ਦੀ ਕਪਾਹ ਹੋਵੇ। ਸੰਤੋਖ ਸੂਤ, ਸੰਤੋਖ ਦਾ ਸੂਤ ਹੋਵੇ। ਜਤ ਗੰਢੀ, ਜਤ ਦੀਆਂ ਗੰਢਾਂ ਹੋਣ। ਸਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ। ਕਹਿੰਦੇ ਜਿੰਦ ਵਾਸਤੇ, ਆਤਮਾ ਲਈ ਇਹ ਜਨੇਊ ਚਾਹੀਦਾ। ਹਈ ਤਾਂ ਪਾਂਡੇ ਘੱਤ, ਪਾਂਡੇ ਮੀਨਸ ਭਾਵ ਪੰਡਿਤ। ਜੇ ਪੰਡਿਤ ਮਹਾਰਾਜ ਉਹਨਾਂ ਝਗੜਾ ਨਹੀਂ ਕੀਤਾ,
ਕੋਈ ਉਹਨੂੰ ਗਾਲਾਂ ਨਹੀਂ ਕੱਢੀਆਂ, ਕੋਈ ਬੋਲ ਕਬੋਲ ਨਹੀਂ ਬੋਲੇ, ਉਹਦੀ ਗੱਲ ਦਾ ਉਹਨੂੰ ਉੱਤਰ ਦਿੱਤਾ, ਤੂੰ ਗਲਤ ਕਰ ਰਿਹਾ ਤੇ ਸਹੀ ਇਹ ਹੈ, ਤੂੰ ਗਲਤ ਕਰ ਰਿਹਾ ਤੇ ਸਹੀ ਇਹ ਹੈ। ਜਦੋਂ ਗੁਰੂ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ, ਇਹ ਸ਼ਲੋਕ ਪਾਤਸ਼ਾਹ ਨੇ ਜਦੋਂ ਗਾਇਨ ਕਰਕੇ ਦੱਸਿਆ ਨਾ, ਤਾਂ ਜਿਹੜੇ ਆਲੇ ਦੁਆਲੇ ਵਾਲੇ ਖਲੋਤੇ ਸਨ ਉਹ ਹੈਰਾਨ ਹੋ ਗਏ ਵੀ ਹੱਦ ਹੋ ਗਈ। ਅੱਜ ਤੱਕ ਕਿਸੇ ਦੀ ਜ਼ੁਰਤ ਨਹੀਂ ਸੀ ਵੀ ਇਹਨਾਂ ਵੇਦ ਸ਼ਾਸਤਰਾਂ ਦੇ ਖਿਲਾਫ ਕੋਈ ਆਵਾਜ਼ ਉਠਾ ਸਕੇ। ਕੈਸਾ ਬਾਲਕ ਹੈ, ਮਹਿਤਾ ਕਲਿਆਣ ਦਾਸ ਦੇ ਘਰ ਤੇ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਆਇਆ, ਇਹ ਤਾਂ ਸੱਚ ਨੂੰ ਸੱਚ ਕਹਿਣ ਵਾਲਾ ਹੈ। ਲੋਕਾਂ ਦੇ ਕਪਾਟ ਖੁੱਲ੍ਹ ਗਏ ਵੀ ਹਕੀਕਤ ਤਾਂ ਇਹ ਹੈ, ਅਸੀਂ ਤਾਂ ਹੋਰ ਹੀ ਬੰਨੇ ਤੁਰੇ ਫਿਰਦੇ ਸਾਂ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਤੇ ਸਤਿਗੁਰਾਂ ਨੇ ਆਖਿਆ ਹੈਗਾ ਤੁਹਾਡੇ ਕੋਲ, ਜੇ ਹੈਗਾ ਤੇ ਪਾ ਦਿਓ, ਜੇ ਨਹੀਂ ਹੈਗਾ ਭਰਾਵਾ ਤੇਰਾ ਸੂਤ ਤੈਨੂੰ ਮੁਬਾਰਕ ਹੈ, ਮੈਂ ਇਹ ਸੂਤ ਬਿਲਕੁਲ ਨਹੀਂ ਪਾਉਣਾ, ਮੈਂ ਇਹ ਸੂਤ ਨਹੀਂ ਪਾਉਣਾ। ਜਦੋਂ ਇੰਨੀ ਗੱਲ ਗੁਰੂ ਪਾਤਸ਼ਾਹ ਨੇ ਕਹੀ, ਸਾਰੇ ਹੈਰਾਨ ਨੇ। ਕੋਸ਼ਿਸ਼ ਕੀਤੀ ਪਾਉਣ ਦੀ, ਪਰ ਉਹਨਾਂ ਦੀ ਹਿੰਮਤ ਨਹੀਂ ਪਈ, ਕਿਉਂਕਿ ਗੁਰੂ ਬਾਬਾ ਜੀ ਦੀਆਂ ਗੱਲਾਂ ਦਾ, ਗੁਰੂ ਪਾਤਸ਼ਾਹ ਦੇ ਉਪਦੇਸ਼ ਦਾ ਉਹਨਾਂ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ। ਜੇ ਅੱਜ ਵੀ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ, ਬਾਣੀ ਵੇਖੋ ਪਿਆਰ ਦੇ ਨਾਲ ਹਿਰਦੇ ਵਿੱਚੋਂ ਗੁਰੂ ਸਾਹਿਬਾਨਾਂ ਨੇ ਉਚਾਰੀ ਹੈ। ਜਦੋਂ ਇਹਨੂੰ ਸ਼ਰਧਾ ਭਾਵਨਾ ਦੇ ਨਾਲ ਹਾਜ਼ਰ ਨਾਜ਼ਰ ਜਾਣ ਕੇ ਇਸ ਬਾਣੀ ਨੂੰ ਪੜ੍ਹਾਂਗੇ, ਸੱਚ ਜਾਣਿਓ ਕੋਈ ਕਥਾਕਾਰ ਇਸ ਬਾਣੀ ਦੀ ਕਥਾ ਨਹੀਂ ਕਰ ਸਕਦਾ, ਸਗੋਂ ਇੱਕ ਇੱਕ ਤੁਕ ਪੜ੍ਹਦੇ ਹੋ, ਉਹਦੇ ਅਗਲੀ ਤੁਕ ਵਿੱਚ ਅਰਥ ਆਪਣੇ ਆਪ ਹੀ ਸ਼ੁਰੂ ਹੋ ਜਾਂਦੇ ਨੇ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ। ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ, ਗੁਰੂ ਸਾਹਿਬ ਬਖਸ਼ਿਸ਼ਾਂ ਦੇ ਮਾਲਕ, ਉਹਨਾਂ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਪਾਤਸ਼ਾਹ ਨੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਰੱਖੀ, ਤੇ ਜਿਸ ਵਕਤ ਇਹ ਸਾਰਾ ਕੁਝ ਵਾਪਰਿਆ ਨਾ, ਸਭ ਹੈਰਾਨ ਹੋ ਗਏ। ਪਰ ਹੁਣ ਆਲੇ ਦੁਆਲੇ ਗੁਰੂ ਨਾਨਕ ਪਾਤਸ਼ਾਹ ਦੀ ਘਰ ਘਰ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ, ਮਹਿਮਾ ਵਡਿਆਈ ਹੋ ਰਹੀ ਹੈ। ਇਤਿਹਾਸ ਇਹ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਜਿਹੜੇ ਪਿਤਾ ਨੇ, ਪਟਵਾਰੀ ਦੀ ਨੌਕਰੀ ਕਰ ਰਹੇ ਨੇ। ਪਰ ਇੱਕ ਦਿਨ ਕੀ ਹੋਇਆ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੋ ਘਰ ਦੇ ਵਿੱਚ ਮੱਝਾਂ, ਜਿਹੜੇ ਪਸ਼ੂ ਨੇ, ਕਹਿੰਦੇ ਉਹਨਾਂ ਨੂੰ ਚਰਾਉਣ ਦੇ ਵਾਸਤੇ ਬਾਹਰ ਨਾਲ ਦੇ ਸਾਥੀਆਂ ਨਾਲ ਜਾਂਦੇ ਨੇ। ਇਹ ਸਾਖੀ ਅਸੀਂ ਸਭ ਨੇ ਸੁਣੀ ਹੈ, ਪਰ ਇਸ ਰਮਜ ਦੇ ਪਿੱਛੇ ਰਹੱਸ ਬਹੁਤ ਵੱਡਾ ਹੈ। ਗੁਰੂ ਪਾਤਸ਼ਾਹ ਜੀ ਕੀ ਹੋਇਆ, ਕਹਿੰਦੇ ਬਾਹਰ ਉਜਾੜ ਹੈ, ਖੁੱਲ੍ਹਾ ਮਾਹੌਲ ਹੁੰਦਾ ਸੀ, ਤੇ ਆਪਾਂ ਵੇਖਦੇ ਹਾਂ ਠੰਡੀ ਜਦੋਂ ਪੌਣ ਹਵਾ ਚੱਲਦੀ ਹੈ ਤਾਂ ਹਰ ਇੱਕ ਬੰਦੇ ਨੂੰ ਜਦੋਂ ਹਵਾ ਦਾ ਝੋਕਾ ਆਉਂਦਾ ਹੈ ਤੇ ਦਰਖਤ ਦੀ ਛਾਂ ਹੋਵੇ ਤਾਂ ਆਪਣੇ ਆਪ ਹੀ ਨੀਂਦ ਬੰਦੇ ਨੂੰ ਜ਼ੋਰ ਪਾਉਂਦੀ ਹੈ ਤੇ ਸੌਂ ਜਾਂਦਾ ਹੈ। ਇਤਿਹਾਸ ਕਹਿੰਦਾ, ਕਹਿੰਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਇੱਕ ਰੁੱਖ ਦੇ ਥੱਲੇ ਬੈਠੇ ਨੇ। ਜਿਹੜੀਆਂ ਮੱਝਾਂ ਗਾਵਾਂ ਪਸ਼ੂ ਹਨ ਉਹ ਕਹਿੰਦੇ ਖੁੱਲ੍ਹੇ ਤੇ ਪਹਿਲਾਂ ਹੀ ਚੱਲ ਰਹੇ ਨੇ, ਸੁੱਕਾ ਘਾਹ ਚੱਲ ਰਹੀਆਂ ਸਨ। ਜਦੋਂ ਕਹਿੰਦੇ ਜ਼ਿਮੀਂਦਾਰ ਦੀ ਇੱਕ ਖੇਤੀ ਵੇਖੀ ਤਾਂ ਉਹ ਸਾਰੀਆਂ ਮੱਝਾਂ ਗਾਵਾਂ ਉਸ ਵੱਲ ਤੁਰੀਆਂ ਤੇ ਉਹਦਾ ਸਾਰੀ ਦਾ ਉਜਾੜਾ ਕਰ ਦਿੱਤਾ। ਇਹ ਗੱਲ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖੀ ਹੈ। ਏਡਾ ਵੱਡਾ ਉਹ ਕੌਮ ਦਾ ਵਿਦਵਾਨ, ਸ਼ਰਧਾ ਭਾਵਨਾ ਵਾਲਾ ਵਿਦਵਾਨ ਹੋਇਆ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਉਹਨਾਂ ਪ੍ਰਸੰਗ ਲਿਖਿਆ। ਕਹਿੰਦੇ ਜਿਸ ਵਕਤ ਉਹ ਮੱਝਾਂ ਦੂਜੇ ਖੇਤ ਵਿੱਚ ਚਲੀਆਂ ਗਈਆਂ, ਇਹਨੇ ਨੂੰ ਕਹਿੰਦੇ ਜ਼ਿਮੀਂਦਾਰ ਆਇਆ, ਬੜਾ ਲੋਹਾ ਲਾਖਾ ਹੋ ਗਿਆ ਕਿ ਮੇਰਾ ਤਾਂ ਸਾਰਾ ਖੇਤ ਚਰ ਗਈਆਂ। ਪਰ ਜਦੋਂ ਉਹਨੂੰ ਇਹ ਪਤਾ ਚੱਲਿਆ ਕਿ ਇਹ ਤਾਂ ਮੱਝਾਂ ਗੁਰੂ ਨਾਨਕ ਪਾਤਸ਼ਾਹ ਤੇ ਇਹ ਇਹਨਾਂ ਦਾ ਸਿੱਖ ਹੈ ਰਾਏ ਬੁਲਾਰ, ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪਿਤਾ ਮਹਿਤਾ ਕਲਿਆਣ ਦਾਸ ਮੌਕੇ ਦੇ ਪਟਵਾਰੀ ਨਹੀਂ, ਪਰ ਉਹ ਬੋਲਿਆ ਨਹੀਂ। ਭਰਿਆ ਪੀਤਾ ਗੁੱਸੇ ਨਾਲ ਚੁੱਪ ਕਰ ਗਿਆ ਤੇ ਕਹਿੰਦੇ ਭੱਜਿਆ ਗਿਆ ਜਾ ਕੇ ਰਾਏ ਬੁਲਾਰ ਨੂੰ ਤੇ ਮਹਿਤਾ ਕਲਿਆਣ ਦਾਸ ਨੂੰ, ਤੇ ਪਿੰਡ ਵਿੱਚ ਵੀ ਰੌਲਾ ਪਾਉਣ ਲੱਗ ਪਿਆ। ਕਹਿੰਦਾ ਮਹਿਤਾ ਕਲਿਆਣ ਦਾਸ ਦਾ ਪੁੱਤਰ ਨਾਨਕ ਕਹਿੰਦੇ ਆਪਣੇ ਪਸ਼ੂ ਨਹੀਂ ਸਾਂਭਦਾ, ਸਾਰੀ ਖੇਤੀ ਉਜਾੜ ਦਿੱਤੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਵੀ ਉਹਦੇ ਪਿੱਛੇ ਤੁਰੇ ਗਏ। ਜਿਸ ਵਕਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਕਹਿੰਦਾ ਸੀ ਨਾ ਮੇਰੀ ਖੇਤੀ ਉਜਾੜ ਦਿੱਤੀ, ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਦ੍ਰਿਸ਼ਟੀ ਉਸ ਫਸਲ ਵੱਲ ਕੀਤੀ। ਪਰ ਉਸ ਜ਼ਿਮੀਂਦਾਰ ਦੇ ਅੱਖਾਂ ਦੇ ਵਿੱਚ ਕ੍ਰੋਧ ਬੜਾ ਸੀ। ਵੇਖੋ ਜਦੋਂ ਤੁਹਾਡੇ ਮਨ ਵਿੱਚ, ਤੁਹਾਡੇ ਹਿਰਦੇ ਅੰਦਰ ਕ੍ਰੋਧ ਹੋਵੇ ਨਾ, ਹੰਕਾਰ ਹੋਵੇ ਕਿਸੇ ਪ੍ਰਤੀ, ਤੁਹਾਨੂੰ ਉਹਦੇ ਵਿੱਚੋਂ ਕਦੇ ਵੀ ਚੰਗੇ ਗੁਣ ਨਜ਼ਰ ਨਹੀਂ ਆਉਣਗੇ। ਜਿਸ ਬੰਦੇ ਦੀ ਤੁਸੀਂ ਸਿਫਤ ਵਡਿਆਈ ਕਰਦੇ ਥੱਕਦੇ ਨਹੀਂ, ਤੇ ਜਦੋਂ ਤੁਹਾਡੀ ਅਣਬਣ ਜਾਂ ਕ੍ਰੋਧ ਹੋ ਗਿਆ ਤੁਹਾਨੂੰ ਗੁਣ ਨਹੀਂ ਦਿਸਣਗੇ, ਗੁਣ ਵੀ ਕਹਿੰਦੇ ਔਗਣ ਬਣ ਜਾਣਗੇ। ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਦ੍ਰਿਸ਼ਟੀ ਖੇਤਾਂ ਵੱਲ ਮਾਰੀ,
ਝਲਕ ਵਿਖਾਈ, ਦ੍ਰਿਸ਼ਟੀ ਕੀਤੀ, ਪਰ ਉਹ ਜ਼ਿਮੀਂਦਾਰ ਇੰਨਾ ਕੁ ਕ੍ਰੋਧ ਵਿੱਚ ਸੀ, ਉਹਨੂੰ ਕੁਛ ਨਹੀਂ ਪਤਾ ਲੱਗਿਆ। ਸਤਿਗੁਰੂ ਜਾਣਗੇ ਵੀ ਇਹ ਵਿਚਾਰਾ ਬਹੁਤ ਦੁਖੀ ਹੈ, ਵੀ ਜੋ ਵੀ ਹੋਇਆ ਜਾਣੇ ਅਣਜਾਣੇ ਹੋ ਗਿਆ। ਪਰ ਸਤਿਗੁਰੂ ਉਹਦੇ ਪਿੱਛੇ ਚਲੇ ਗਏ ਤੇ ਉਧਰੋਂ ਕਹਿੰਦੇ ਰਾਏ ਬੁਲਾਰ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਹੈ। ਰਾਏ ਬੁਲਾਰ ਨੇ ਆਪਣੇ 2 ਨੌਕਰ ਭੇਜੇ। ਜ਼ਿਮੀਂਦਾਰ ਅੱਗੇ ਆ, ਕਹਿੰਦਾ ਮੈਂ ਵੇਖ ਕੇ ਆਇਆ, ਦੇਖੋ ਤਾਂ ਸਹੀ, ਉੱਥੇ ਤਾਂ ਛੱਡਿਆ ਹੀ ਕੱਖ ਨਹੀਂ, ਸਾਰੀ ਫਸਲ ਉੱਪਰੋਂ ਮੋਛੇ ਪਾ ਦਿੱਤੇ। ਗੁਰੂ ਨਾਨਕ ਪਾਤਸ਼ਾਹ ਵੀ ਪਿੱਛੇ ਚਲੇ ਗਏ। ਜਾ ਕੇ ਕੀ ਦੇਖਿਆ ਹੈ, ਉਹ ਜ਼ਿਮੀਂਦਾਰ ਨੇ ਨਜ਼ਰ ਮਾਰੀ ਵੀ ਉੱਥੇ ਤਾਂ ਕੁਛ ਵੀ ਨਹੀਂ ਹੈ, ਕੁਛ ਵੀ ਉੱਥੇ ਉਜਾੜ ਨਹੀਂ ਕੀਤਾ। ਫਸਲਾਂ, ਕਣਕਾਂ, ਸਾਰੀ ਫਸਲ ਕਹਿੰਦੇ 4 ਛਪੇਰੇ ਲਹਿਰਾਉਂਦੀ ਪਈ ਹੈ। ਉਹੀ ਜ਼ਿਮੀਂਦਾਰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਵੱਲ ਕ੍ਰੋਧ ਭਰੀਆਂ ਅੱਖਾਂ ਤੱਕਦਾ ਸੀ, ਉਹਨੇ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਸੀਸ ਝੁਕਾਇਆ। ਇਹ ਰਾਏ ਬੁਲਾਰ ਦਾ ਕੇਵਲ ਸਰੀਰਕ ਤੌਰ ਤੇ, ਪਰਿਵਾਰਕ ਤੌਰ ਤੇ ਇੱਕ ਪਿਤਾ ਤੇ ਪੁੱਤਰ ਦਾ ਨਾਤਾ ਨਹੀਂ, ਇਹ ਤਾਂ ਕੋਈ ਰੱਬੀ ਰੂਹ ਹੈ, ਤਾਂ ਆਪ ਹੀ ਪਰਮੇਸ਼ਰ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਬਾਬਤ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਬਾਣੀ ਵਿੱਚ ਇਹ ਕਹਿ ਗਏ ਨੇ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ। ਤੇ ਸਿੱਖਾ ਫਿਰ ਤੈਨੂੰ ਕਿਸੇ ਤੋਂ ਹੋਰ ਸਰਟੀਫਿਕੇਟ ਲੈਣ ਦੀ ਕੀ ਲੋੜ ਹੈ, ਹੋਰ ਤੇਰੇ ਤੋਂ ਕੁਝ ਪੁੱਛਣ ਦੀ ਕੀ ਲੋੜ ਹੈ, ਜਦੋਂ ਇੰਨਾ ਵੱਡਾ ਸ਼ਬਦ 749 ਤੋਂ ਸ਼ੁਰੂ ਹੋ ਕੇ ਸੂਹੀ ਰਾਗ ਵਿੱਚ 50 ਤੇ ਜਾ ਕੇ ਸੰਪੰਨਤਾ ਹੁੰਦੀ ਹੈ। ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ, ਚੀਤ ਨਾ ਆਵੇ। ਜਦੋਂ ਸਾਰਾ ਸ਼ਬਦ ਪੜ੍ਹਦੇ ਹੋ ਤਾਂ ਅਖੀਰ ਵਿੱਚ ਸਤਿਗੁਰਾਂ ਨੇ ਕਹਿ ਦਿੱਤਾ, ਸਭ ਤੇ ਵੱਡਾ, ਸਭ ਤੋਂ ਵੱਡਾ ਗੁਰੂ ਨਾਨਕ ਕਿਉਂ ਹੈ। ਅਕਸਰ ਹਮੇਸ਼ਾ ਮੈਂ ਬੇਨਤੀ ਕੀਤੀ ਹੈ, ਗੁਰੂ ਨਾਨਕ ਜੀ ਕੋਈ ਸਰੀਰ ਆਕਾਰ ਕਰਕੇ ਨਹੀਂ ਵੱਡੇ, ਜਾਂ ਕੱਦ ਕਰਕੇ ਬਹੁਤ ਵੱਡੇ ਨੇ, ਜਾਂ ਬਹੁਤ ਭਾਰੀ ਭਰਕਮ ਨੇ। ਜਿਹੜੀਆਂ ਤਸਵੀਰਾਂ ਹੁਣ ਗੁਰੂ ਨਾਨਕ ਸਾਹਿਬ ਦੀਆਂ ਬਣ ਕੇ ਆਉਂਦੀਆਂ ਨੇ ਨਾ, ਵੀ ਗੁਰੂ ਨਾਨਕ ਸਾਹਿਬ ਨੂੰ ਐਨ ਵੱਡਾ ਭਾਰਾ ਮੋਟਾ ਜਾ, ਜਿਵੇਂ ਕੋਈ ਵਿਹਲਾ ਬਾਬਾ ਹੁੰਦਾ, ਇੱਦਾਂ ਵਿਖਾਇਆ ਫੋਟੋ ਤੇ। ਜਿਸ ਗੁਰੂ ਨਾਨਕ ਪਾਤਸ਼ਾਹ ਨੇ 9 ਖੰਡ ਪ੍ਰਿਥਵੀ ਦਾ ਭ੍ਰਮਣ ਕੀਤਾ, ਇੰਨਾ ਲੰਮਾ ਸਫ਼ਰ ਉਹਨਾਂ ਨੇ ਪੈਦਲ ਕਰਨਾ ਜੰਗਲਾਂ ਬੇਲਿਆਂ ਵਿੱਚ ਦੀ। ਤੁਸੀਂ ਮਹੀਨਾ 20 ਦਿਨ ਤੁਸੀਂ ਵਾਕ ਕਰ ਲਓ ਤੇ ਬੰਦਾ ਆਪਣਾ ਅੱਧਾ ਕਿਲੋ ਵਜਨ ਘਟਾ ਲੈਂਦਾ ਹੈ। ਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਇੰਨਾ ਲੰਮਾ ਸਫ਼ਰ ਕਰਦੇ ਹੋਣ ਤੇ ਉਸ ਗੁਰੂ ਨਾਨਕ ਸਾਹਿਬ ਨੂੰ ਐਡਾ ਮੋਟਾ ਭਾਰਾ ਬਾਬਾ ਬਣਾ ਕੇ ਪੇਸ਼ ਕਰ ਦੇਣਾ, ਵੀ ਜਿਵੇਂ ਵਿਹਲਾ ਹੀ ਰਹਿੰਦਾ ਹੋਣਾ ਸਾਰਾ ਦਿਨ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਸਭ ਤੇ ਵੱਡਾ ਸਤਿਗੁਰ ਨਾਨਕ ਸਰੀਰ ਕਰਕੇ ਨਹੀਂ ਆਖਿਆ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੋਚ ਕਰਕੇ ਵੱਡੇ ਨੇ। ਕਿਵੇਂ ਸੋਚ ਕਰਕੇ ਵੱਡੇ ਨੇ? ਇੱਕ ਇਤਿਹਾਸ ਦਾ ਹਵਾਲਾ ਆਪਾਂ ਹੋਰ ਦਈਏ ਵੀ ਗੁਰੂ ਨਾਨਕ ਪਾਤਸ਼ਾਹ ਕਿੰਨੇ ਮਹਾਨ ਨੇ। ਪਰ ਸ਼ਬਦ ਜਿਹੜਾ ਆਪਾਂ ਆਰੰਭ ਕੀਤਾ ਹੈ ਨਾ ਗੁਰੂ ਨਾਨਕ ਪਾਤਸ਼ਾਹ ਦਾ, ਉਹ ਵੀ ਲੈ ਲਈਏ। ਆਓ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ। ਸਾਰੀ ਸੰਗਤ ਪਿਆਰ ਸਹਿਤ ਇਕਾਗਰਤਾ ਨਾਲ ਆਖੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਜੇ ਰਤ ਲੱਗੇ ਕੱਪੜੇ, ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ, ਤਿਨ ਕਿਉ ਨਿਰਮਲ ਰੀਤ, ਤਿਨ ਕਿਉ ਨਿਰਮਲ ਚੀਤ। ਇਤਿਹਾਸ ਕਹਿੰਦਾ ਵੀ ਗੁਰੂ ਨਾਨਕ ਪਾਤਸ਼ਾਹ ਤੁਰੇ ਜਾ ਰਹੇ ਨੇ ਤੇ ਇੱਕ ਜਿਹੜਾ ਬੜਾ ਆਪਣੇ ਹੰਕਾਰ ਦੇ ਵਿੱਚ ਭਰਿਆ ਪੀਤਾ ਆਪਣੇ ਆਪ ਨੂੰ ਮੌਲਵੀ, ਧਰਮ ਦਾ ਪੁਜਾਰੀ ਕਹਾਉਂਦਾ ਹੈ। ਤੇ ਹੋਇਆ ਕੀ, ਕਹਿੰਦੇ ਨੇ ਉਸ ਸਮੇਂ ਕੋਈ ਬੰਦਾ ਉੱਥੇ, ਉਹਨੇ ਕਿਸੇ ਜਾਨਵਰ ਨੂੰ ਵੱਢਿਆ। ਵੇਖੋ, ਜਦੋਂ ਕਿਸੇ ਜਾਨਵਰ ਨੂੰ ਜਿਉਂਦੇ ਨੂੰ ਵੱਢਿਆ ਜਾਂਦਾ ਹੈ ਨਾ, ਉਹਦਾ ਖੂਨ ਬਹੁਤ ਗਰਮ ਹੁੰਦਾ ਤੇ ਉਹਦੇ ਛੱਟੇ ਤਾਂ ਨੂੰ ਉੱਡਦੇ ਨੇ। ਤੇ ਉੱਥੋਂ ਦੀ ਲਾਗੋਂ ਦੀ ਕਹਿੰਦੇ ਇੱਕ ਜਾ ਰਿਹਾ ਸੀ ਮੌਲਵੀ, ਉਹਨੇ ਜਦੋਂ ਦੇਖਿਆ, ਉਹਨੇ ਜਾਨਵਰ ਵੱਢਣ ਵਾਲੇ ਨੂੰ ਵੀ ਗਾਲਾਂ ਕੱਢੀਆਂ ਤੇ ਉਹ ਜਿਹੜੇ ਲਹੂ ਦੇ ਛਿੱਟੇ ਉਹਦੇ ਕੱਪੜੇ ਜਾਮੇ ਤੇ ਪੈ ਗਏ, ਉਹਦੇ ਬਸਤਰ ਚੋਲੇ ਤੇ ਪੈ ਗਏ। ਤੇ ਉੱਚੀ ਉੱਚੀ ਕਹਿਣ ਲੱਗਿਆ, ਕਹਿੰਦਾ ਯਾ ਅੱਲਾ, ਮੇਰੇ ਸਾਰੇ ਬਸਤਰ ਪਲੀਤ ਮੈਲੇ ਕਰ ਦਿੱਤੇ ਨੇ ਇਹਨੇ। ਪਰ ਗੁਰੂ ਨਾਨਕ ਪਾਤਸ਼ਾਹ ਜਾਣਦੇ ਨੇ ਕਿ ਇਹ ਬੰਦਾ ਬਾਹਰੋਂ ਧਰਮ ਦਾ ਲਿਬਾਸ, ਇਹਨੇ ਕੱਲਾ ਲਿਬਾਸ ਪਹਿਨਿਆ, ਬਾਹਰੋਂ ਬੜਾ ਇਹ ਸਾਫ ਸੁਥਰਾ ਬਣਿਆ, ਪਰ ਅੰਦਰ ਕਹਿੰਦੇ ਇਹਦੇ ਮੈਲ ਹੈ। ਤੇ ਵੇਖੋ ਕਿੰਨਾ ਵੱਡਾ ਜਿਗਰਾ ਹੋਵੇਗਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ,
ਜੇ ਗੁਰੂ ਨਾਨਕ ਸਾਹਿਬ ਕਿਸੇ ਮੌਲਵੀ ਨੂੰ ਵੇਖਦੇ ਨੇ ਕਿ ਇਹ ਧਰਮ ਦੇ ਨਾਂ ਤੇ ਪਖੰਡ ਕਰਦਾ ਹੈ, ਤਾਂ ਸਤਿਗੁਰੂ ਜੀ ਉਹਨੂੰ ਵੀ ਸਾਚੀ ਕਹਿ ਦਿੰਦੇ ਨੇ। ਜੇ ਕਿਸੇ ਪੰਡਤ ਜੋਤਸੀ ਨੂੰ ਵੇਖਦੇ ਨੇ ਤਾਂ ਉਹਨੂੰ ਵੀ ਕਹਿ ਦਿੰਦੇ ਨੇ। ਕੱਲੀ ਇੱਥੇ ਮੌਲਵੀ ਪੰਡਤ ਜੋਤਸੀ ਦੀ ਗੱਲ ਨਹੀਂ, ਜੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਵੀ ਵੇਖਿਆ ਕਿ ਤੁਸੀਂ ਗਲਤ ਕਰਦੇ ਹੋ, ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਸਿੱਖਾਂ ਨੂੰ ਵੀ ਗਲਤ ਨੂੰ ਗਲਤ ਹੀ ਆਖਿਆ। ਇਹ ਨਹੀਂ ਵੀ ਆਪਣਿਆਂ ਨੂੰ ਕੁਝ ਨਹੀਂ ਕਿਹਾ ਤੇ ਦੂਜਿਆਂ ਨੂੰ ਸੱਚੇ ਪਾਤਸ਼ਾਹ ਨੇ ਟੋਕਿਆ। ਉਹ ਕਹਿਣ ਲੱਗਾ ਮੇਰਾ ਜਾਮਾ ਬਿਲਕੁਲ ਮੈਲਾ ਕਰ ਦਿੱਤਾ ਹੈ, ਖੂਨ ਦੇ ਛੱਟੇ ਪੈ ਗਏ, ਤਾਂ ਗੁਰੂ ਨਾਨਕ ਪਾਤਸ਼ਾਹ ਦੀ ਉੱਥੋਂ ਦੀ ਲੰਘ ਰਹੇ ਨੇ। ਤਾਂ ਸਤਿਗੁਰਾਂ ਨੇ ਉਹ ਸ਼ਬਦ ਹਿਰਦੇ ਵਿੱਚੋਂ ਜਿਹੜੀਆਂ ਗੱਲਾਂ ਉਹਨੂੰ ਬੋਲ ਕੇ ਕਹਿਣੀਆਂ ਸਨ, ਤਾਂ ਉਹ ਗੱਲਾਂ, ਉਹ ਬਚਨ ਬਿਲਾਸ ਬਾਣੀ ਬਣ ਕੇ ਗੁਰੂ ਨਾਨਕ ਪਾਤਸ਼ਾਹ ਦੇ ਅੰਦਰੋਂ ਨਿਕਲੀ, ਤੇ ਉਹ ਬਾਣੀ ਸਾਨੂੰ ਲਿਖਤੀ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰਕੇ ਦੇ ਗਏ। ਗੱਲਾਂ ਤਾਂ ਹੋ ਸਕਦਾ ਵੀ ਕੋਈ ਬੰਦਾ ਵਧਾ ਚੜਾ ਕੇ ਬਿਆਨ ਕਰ ਸਕਦਾ ਹੈ, ਇਤਿਹਾਸ ਵਿੱਚ ਤਾਂ ਕੋਈ ਨਾ ਕੋਈ ਊਣਤਾ ਹੀ ਹੋ ਸਕਦੀ ਹੈ, ਪਰ ਜੋ ਗੁਰੂ ਨਾਨਕ ਸਾਹਿਬ ਇਨ ਬਿਨ ਬਾਣੀ ਉਚਾਰਨ ਕਰ ਗਏ, ਉਹਦੇ ਵਿੱਚ ਕੋਈ ਵਧਾ ਘਟਾ ਨਹੀਂ ਸਕਦਾ, ਉਹਦੇ ਵਿੱਚ ਕੋਈ ਮਨਮਰਜ਼ੀ ਨਹੀਂ ਕਰ ਸਕਦਾ। ਤੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਰਤ ਲੱਗੇ ਕੱਪੜੇ, ਰਤ ਕਹਿੰਦੇ ਨੇ ਲਹੂ ਨੂੰ। ਗੁਰੂ ਬਾਬਾ ਜੀ ਕਹਿਣ ਲੱਗੇ ਕਾਜੀ ਜੀ, ਮੌਲਵੀ ਜੀ, ਜੇ ਕਹਿੰਦੇ ਤੁਹਾਡੀ ਪੁਸ਼ਾਕ ਨੂੰ ਲਹੂ ਦੇ ਛਿੱਟੇ ਪੈਣ ਕਰਕੇ ਜੇ ਤੁਹਾਡਾ ਜਾਮਾ ਪਲੀਤ ਭਾਵ ਇਹ ਮੈਲਾ ਹੋ ਸਕਦਾ ਹੈ, ਅਪਵਿੱਤਰ ਹੋ ਸਕਦਾ ਹੈ, ਇਹ ਤਾਂ ਕਹਿੰਦੇ ਬਹੁਤ ਮਾੜਾ ਕੰਮ ਹੋਇਆ ਵੀ ਤੁਹਾਡੇ ਕੱਪੜੇ ਮੈਲੇ ਹੋ ਗਏ, ਅਪਵਿੱਤਰ ਹੋ ਗਏ। ਪਰ ਸਤਿਗੁਰੂ ਜੀ ਕਹਿੰਦੇ ਇੱਕ ਗੱਲ ਉਹ ਵੀ ਸੁਣਦਾ ਜਾ, ਤਨ ਮੈਲਾ ਹੋ ਗਿਆ, ਸਾਫ਼ ਕਰ ਲੇਗਾ, ਧੋ ਲੇਗਾ, ਕੱਪੜਿਆਂ ਨੂੰ ਧੋ ਲੇਗਾ। ਹੁਣ ਵੀ ਵੇਖੋ ਜੋ ਕਿ ਸਮੇਂ ਵਿੱਚ ਕੱਪੜਿਆਂ ਨੂੰ ਕੋਈ ਦਾਗ ਲੱਗ ਜੇ, ਕੱਪੜੇ ਮੈਲੇ ਹੋ ਜਾਣ, ਤਰ੍ਹਾਂ ਤਰ੍ਹਾਂ ਦੇ ਸਾਧਨ ਨੇ, ਬੰਦਾ ਉਹ ਪਾ ਕੇ ਉਹਨੂੰ ਧੋ ਲੈਂਦਾ ਤੇ ਬਿਲਕੁਲ ਸਾਫ਼ ਹੋ ਜਾਂਦੇ ਨੇ। ਪਰ ਕਹਿੰਦੇ ਬੰਦਿਆਂ ਜੇ ਤੇਰਾ ਮਨ ਮੈਲਾ ਹੋ ਗਿਆ, ਇਹਦੇ ਵਿੱਚ ਕਿਹੜਾ ਸਾਬਣ ਪਾਏਗਾ, ਕਿਹੜਾ ਤੂੰ ਇਹਦੇ ਵਿੱਚ ਪਾਊਡਰ, ਕਿਹੜਾ ਕੈਮੀਕਲ, ਕਿਹੜੀ ਬਲੀਚ ਪਾਏਗਾ ਜਿਹਦੇ ਨਾਲ ਤੇਰਾ ਮਨ ਨਿਖਰ ਆਵੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਗੱਲ ਮਨ ਦੀ ਕਰਦੇ ਨੇ। ਕਹਿੰਦੇ ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜਾਮਾ ਪਲੀਤ ਹੋ ਗਿਆ। ਪਰ ਅਗਲੀ ਗੱਲ ਵੀ ਸੁਣ ਲਾ, ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਜਿਹੜੇ ਲੋਕ, ਵੇਖੋ ਕਈ ਦਫਾ ਕੋਈ ਕਿਸੇ ਨੂੰ ਬਹੁਤ ਤੰਗ ਕਰਦਾ ਹੋਵੇ ਨਾ, ਭਾਵੇਂ ਘਰ ਵਿੱਚ ਭਾਵੇਂ ਕਿਤੇ ਕੰਮ ਵਿੱਚ, ਤੁਸੀਂ ਇੱਕ ਦੂਜੇ ਨਾਲ ਫੋਨ ਤੇ ਵੀ ਗੱਲ ਕਰਦੇ ਹੋਵੋਗੇ ਜਾਂ ਘਰੇ ਆ ਕੇ ਵੀ, ਬਈ ਫਲਾਣੇ ਬੌਸ ਨੇ ਮੇਰਾ ਬੜਾ ਲਹੂ ਪੀਤਾ ਹੈ, ਜਾਂ ਫਲਾਣੇ ਨੇ ਮੇਰਾ ਬਹੁਤ ਲਹੂ ਪੀਤਾ ਹੈ। ਲਹੂ ਪੀਣ ਤੋਂ ਭਾਵ ਇਹ ਨਹੀਂ ਵੀ ਉਹ ਸਾਡਾ ਲਹੂ ਕੱਢ ਕੇ ਪੀ ਲੈਂਦਾ ਹੈ। ਲਹੂ ਪੀਣ ਦੇ ਅਰਥ ਹੁੰਦੇ ਨੇ ਵੀ ਬਹੁਤ ਤੰਗ ਕਰਨਾ, ਬਹੁਤ ਦੁਖੀ ਕਰਨਾ ਤੇ ਕਿਸੇ ਦਾ ਹੱਕ ਰੱਖਣਾ। ਮੇਰੇ ਸਤਿਗੁਰੂ ਉਸ ਲਹੂ ਦੀ ਗੱਲ ਕਰਦੇ ਨੇ। ਉਂਝ ਤਾਂ ਲਹੂ ਹੋ ਸਕਦਾ ਵੀ ਜਿਹੜਾ ਆਪਾਂ ਕਿਸੇ ਨੇ ਭਾਂਡੇ ਵਿੱਚ ਤਾਂ ਹੋ ਸਕਦਾ ਅੱਜ ਤੱਕ ਪਾ ਕੇ ਨਾ ਪੀਤਾ ਹੋਵੇ, ਪਰ ਜਿਹੜੇ ਲੋਕ ਕਿਸੇ ਦਾ ਹੱਕ ਰੱਖਦੇ ਨੇ, ਪਾਤਸ਼ਾਹ ਕਹਿੰਦੇ ਇਹਨਾਂ ਲਹੂ ਪੀਣਿਆਂ ਦੀ ਤਾਂ ਗਿਣਤੀ ਕੋਈ ਨਹੀਂ, ਕੋਈ ਗਿਣ ਹੀ ਨਹੀਂ ਸਕਦਾ ਵੀ ਕਿੰਨੇ ਨੇ। ਸਤਿਗੁਰੂ ਕਹਿੰਦੇ ਜੇ ਰਤਨ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ। ਇੱਥੇ ਜੇ ਪਾਠ ਹੁੰਦਾ ਨਾ ਮਾਨਸ, ਫਿਰ ਇੱਕ ਗੱਲ ਹੋਣੀ ਸੀ। ਇੱਥੇ ਪਾਠ ਹੈ ਮਾਨਸਾ, ਬਹੁ ਬਚਨ, ਵੀ ਜਿਹੜੇ ਲੋਕ ਲੋਕਾਂ ਦਾ ਲਹੂ ਪੀਂਦੇ ਨੇ, ਭਾਵ ਲੋਕਾਂ ਦਾ ਹੱਕ ਰੱਖਦੇ ਨੇ, ਦੂਜੇ ਦੇ ਹੱਕ ਦੇ ਉੱਪਰ ਆਪਣਾ ਹੱਕ ਜਮਾ ਲੈਂਦੇ ਨੇ, ਤਾਂ ਸਤਿਗੁਰੂ ਜੀ ਕਹਿੰਦੇ ਤਿੰਨ ਕਿਉਂ ਨਿਰਮਲ ਚੀਤ। ਉਹ ਭਾਵੇਂ ਨਮਾਜ਼ਾਂ ਪੜ੍ਹੀ ਜਾਵੇ ਤੇ ਭਾਵੇਂ ਉਹ ਧਾਰਮਿਕ ਵੇਦ ਸ਼ਾਸਤਰਾਂ ਦਾ ਪਾਠ ਪਠਨ ਕਰੀ ਜਾਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਕਦੀ ਨਿਰਮਲ ਨਹੀਂ ਹੋ ਸਕਦਾ। ਤੇ ਮੇਰੇ ਸਤਿਗੁਰਾਂ ਨੇ ਇਸ਼ਾਰਾ ਕੀਤਾ, ਕਹਿੰਦੇ ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਮੌਲਵੀ, ਜੇ ਤੂੰ ਰੱਬ ਦਾ ਨਾਮ ਆਪਣੇ ਮੂੰਹ ਤੋਂ ਲੈਣਾ ਨਾ, ਤਾਂ ਇਹ ਤੂੰ ਰੱਬ ਦਾ ਨਾਮ ਕੱਲਾ ਮੂੰਹ ਤੋਂ ਹੀ ਨਾ ਜਪੀ ਜਾ, ਅੱਲਾ ਅੱਲਾ, ਰਾਮ ਰਾਮ, ਵਾਹਿਗੁਰੂ ਵਾਹਿਗੁਰੂ ਕੱਲਾ ਮੂੰਹ ਤੋਂ ਨਾ ਕਰ। ਸਤਿਗੁਰੂ ਜੀ ਕਹਿੰਦੇ ਨਾਨਕ ਨਾਉ ਖੁਦਾਏ ਕਾ, ਭਾਵੇਂ ਪਰਮਾਤਮਾ ਇੱਕ ਹੈ, ਉਹਦੇ ਨਾਮ ਵੱਖੋ ਵੱਖਰੇ ਨੇ। ਹਿੰਦੂ ਵੀ ਰਾਮ ਕਹਿੰਦੇ ਨੇ, ਆਪਾਂ ਵਾਹਿਗੁਰੂ ਕਹਿੰਦੇ ਆ।
ਮੁਸਲਮਾਨ ਵੀਰ ਅੱਲਾ ਅੱਲਾ ਜਪਦੇ ਨੇ, ਪ੍ਰਮਾਤਮਾ ਇੱਕੋ ਹੀ ਹੈ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇ ਉਹਦਾ ਨਾਮ ਜਪਣਾ ਹੈ ਨਾ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ। ਦਿਲ ਹੱਛੈ ਦੇ ਅਰਥ ਨੇ ਵੀ ਮਨ ਵਿੱਚ ਕਪਟ ਰੱਖ ਕੇ ਉਹਦਾ ਨਾਮ ਨਹੀਂ ਜਪਣਾ। ਜੇ ਅਰਦਾਸ ਕਰਨੀ ਵੀ ਹੈ ਜਾਂ ਕਰਾਉਣੀ ਵੀ ਹੈ, ਗੁਰੂ ਅੱਗੇ ਅਰਦਾਸ ਕਰਨੀ ਹੈ, ਅਰਦਾਸ ਇੱਥੇ ਉਹ ਪ੍ਰਵਾਨ ਹੋਣੀ ਹੈ ਜਿਹੜੀ ਤੂੰ ਆਪਣੇ ਵੀ ਭਲੇ ਲਈ ਤੇ ਦੂਜੇ ਦੇ ਵੀ ਭਲੇ ਲਈ ਕਰਦਾ ਹੈ। ਹੋ ਸਕਦਾ ਵੀ ਮੇਰੇ ਵਰਗੇ ਨੂੰ 150 ਵੱਧ ਦੇ ਕੇ ਤੁਸੀਂ ਕਹਿ ਦਿਓ ਜੀ ਮੇਰਾ ਕੰਮ ਚੱਲ ਪਏ ਤੇ ਦੂਜਿਆਂ ਦਾ ਖੜ ਜੇ, ਪਰ ਮੈਨੂੰ ਅਖੀਰ ਵਿੱਚ ਕਹਿਣਾ ਹੀ ਪਏਗਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਪਹਿਲਾਂ ਜੋ ਮਰਜ਼ੀ ਮੰਗ ਲਿਓ ਤੇ ਜਿਹੜੀ ਮੋਹਰ ਲੱਗਣੀ ਹੈ ਨਾ ਉਹ ਸਰਬੱਤ ਦੇ ਭਲੇ ਦੀ ਹੀ ਲੱਗਣੀ ਹੈ। ਪਹਿਲਾਂ ਜੋ ਕੁਝ ਮਰਜ਼ੀ ਕਰੀ ਜਾਓ। ਤੇ ਇੱਥੇ ਮੇਰੇ ਸਤਿਗੁਰਾਂ ਨੇ ਆਖਿਆ ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇਹੋ, ਅਵਰ ਦਿਵਾਜੇ ਦੁਨੀ ਕੇ। ਅਵਰ ਦਿਵਾਜੇ ਦੇ ਅਰਥ ਨੇ ਵਿਖਾਵਾ ਕਰਨਾ। ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਕਹਿੰਦੇ ਦੁਨੀਆ ਵਾਲੇ ਜਿਹੜੇ ਤੂੰ ਵਿਖਾਵੇ ਦੇ ਕਰਮ ਕਰਦਾ ਨਾ, ਇਹਨਾਂ ਵਿਖਾਵੇ ਕੂੜੇ ਜਿਹੜੇ ਕਰਮ ਨੇ ਨਾ, ਇਹਨਾਂ ਨੇ ਬੰਦਿਆ ਤੇਰੇ ਨਾਲ ਨਹੀਂ ਜਾਣਾ, ਇਹਨਾਂ ਦੇ ਨਾਲ ਤੇਰਾ ਕੁਝ ਵੀ ਨਹੀਂ ਸਵਰਨਾ। ਸਵਰੇਗਾ ਤੇਰਾ ਤਾਂ ਜੇ ਤੂੰ ਕਹਿੰਦੇ ਰੱਬ ਦਾ ਨਾਮ ਬਿਨਾ ਲੋਭ ਲਾਲਚ ਤੋਂ ਉਸ ਪ੍ਰਮਾਤਮਾ ਦਾ ਨਾਮ ਜਪੇਗਾ, ਤਾਂ ਕਹਿੰਦੇ ਤੇਰਾ ਜਪਿਆ ਸਫਲ ਹੋਣਾ। ਇੱਕ ਹੋਰ ਬੇਨਤੀ ਕਰਦਾ ਜਾਵਾਂ ਇਤਿਹਾਸ ਵਿੱਚੋਂ, ਕਿਉਂਕਿ ਅੱਜ ਆਪਾਂ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾ ਰਹੇ। ਮੈਂ ਪਹਿਲੋਂ ਵੀ ਅਰਜ਼ ਕੀਤੀ ਹੈ, ਧੰਨ ਨੇ ਉਹ ਸਾਡੇ ਬਜ਼ੁਰਗ ਨੇ, ਸਾਡੀਆਂ ਹੀ ਮਾਵਾਂ ਨੇ, ਸਾਡੀ ਬੱਚੇ ਨੇ। ਮੈਂ ਕਹਿੰਦਾ ਅਸੀਂ ਤਾਂ ਕੇਵਲ ਹੋ ਸਕਦਾ ਵੀ ਇੱਥੇ ਕੱਲੀਆਂ ਫੜਾਂ ਮਾਰਨ ਵਾਲੇ ਹੀ ਆ, ਇਹ ਸੱਚ ਜਾਣਿਓ। ਉਹ ਧੰਨ ਨੇ ਲੋਕ, ਪੰਜਾਬ ਦੇ ਲੋਕ, ਭਾਵੇਂ ਇੰਨਾ ਜ਼ੁਲਮ ਅਤਿਆਚਾਰ ਹੋ ਰਿਹਾ, ਠੰਡ ਦੇ ਵਿੱਚ ਆਪਣੇ ਹੱਕਾਂ ਦੇ ਲਈ ਵੀ ਜਾ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਵੀ ਨਹੀਂ ਭੁੱਲੇ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਨੇ। ਟਰਾਲੀਆਂ ਟਰੈਕਟਰਾਂ ਦੇ ਉੱਪਰ ਜਿਵੇਂ ਜਿਵੇਂ ਉਹਨਾਂ ਕੋਲ ਸਾਧਨ ਸੀ, ਕੋਈ ਦੀਵਾ ਜਗਾ ਕੇ, ਕੋਈ ਮੋਮਬੱਤੀ ਲਗਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ ਨੇ। ਉਹਨਾਂ ਨੂੰ ਪਤਾ ਹੈ ਇਹ ਦਿੱਲੀ ਪਤਾ ਨਹੀਂ ਸਾਡੀ ਕੌਮ ਨੇ, ਸਾਡੇ ਯੋਧਿਆਂ ਨੇ ਕਿੰਨੇ ਵਾਰੀ ਫਤਿਹ ਕੀਤੀ ਹੈ। ਜਿਸ ਸਮੇਂ ਸਰਦਾਰ ਬਘੇਲ ਸਿੰਘ ਨੇ, ਥੋੜ੍ਹਾ ਜਿਹਾ ਵਿਸ਼ੇ ਤੋਂ ਹਟ ਕੇ, ਸਰਦਾਰ ਬਘੇਲ ਸਿੰਘ ਜੀ ਨੇ ਜਦੋਂ ਦਿੱਲੀ ਨੂੰ ਫਤਿਹ ਕੀਤਾ ਨਾ, ਤਾਂ ਜਿਹੜੀ ਦਿੱਲੀ ਦੀ ਰਾਣੀ ਸੀ ਨਾ, ਉਹਨੂੰ ਪਤਾ ਲੱਗ ਗਿਆ ਵੀ ਦਿੱਲੀ ਫਤਿਹ ਹੋ ਗਈ ਹੈ। ਉਹਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਪਹਿਲਾ ਝੰਡਾ ਚੜਾਇਆ ਸੀ ਨਾ, ਕੇਸਰੀ ਨਿਸ਼ਾਨ, ਦਿੱਲੀ ਦੇ ਲਾਲ ਕਿਲੇ ਤੇ ਉਹ ਸਰਦਾਰ ਬਘੇਲ ਸਿੰਘ ਨੇ ਚੜਾਇਆ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਿੰਨੇ ਉੱਥੇ ਸ਼ਹੀਦੀ ਅਸਥਾਨ, ਇਤਿਹਾਸਕ ਅਸਥਾਨ ਸਨ, ਉਹਨਾਂ ਅਸਥਾਨਾਂ ਦੇ ਉੱਪਰ ਮਸਜਿਦਾਂ ਬਣ ਚੁੱਕੀਆਂ ਸਨ। ਮੇਰੇ ਖਿਆਲ ਸਾਡੀ ਕੌਮ ਨੂੰ, ਸਾਡੇ ਬੱਚਿਆਂ ਨੂੰ ਸਰਦਾਰ ਬਘੇਲ ਸਿੰਘ ਬਾਰੇ ਨਹੀਂ ਪਤਾ ਹੋਣਾ ਵੀ ਉਹ ਕੌਣ ਸੀ। ਹਾਂ, ਜਿਹੜੇ ਆ ਹੁਣ ਗਾਉਂਦੇ ਨੇ ਇਹਨਾਂ ਬਾਰੇ ਸਾਰਿਆਂ ਨੂੰ ਪਤਾ ਹੈ। ਕਈ ਗਾਉਣ ਵਾਲਿਆਂ ਦੀ ਮਾਂ ਦੇ ਪੁੱਤ ਫੋਟੋਆਂ ਲਾਈ ਫਿਰਦੇ ਗੱਡੀਆਂ ਪਿੱਛੇ। ਮੈਂ ਪਿਛਲੇ ਦਿਨੀ ਅਰਜ਼ ਕੀਤੀ ਸੀ, ਉਹ ਫੋਟੋ ਲਾਉਣੀ ਤੇ ਫੋਟੋ ਲਾ ਸਾਹਿਬਜ਼ਾਦਾ ਅਜੀਤ ਸਿੰਘ ਦੀ, ਬਾਬਾ ਜੁਝਾਰ ਸਿੰਘ ਦੀ, ਜੋਰਾਵਰ ਸਿੰਘ ਦੀ, ਫਤਿਹ ਸਿੰਘ ਦੀ ਲਾ। ਫੋਟੋ ਲਾਉਣੀ ਤੇ ਲਾ ਲਾ ਕੌਮ ਦਾ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਦੀ। ਇਹਨਾਂ ਦੀਆਂ ਫੋਟੋਆਂ ਲਾਓ। ਕਿੰਨਾਂ ਦੀਆਂ ਫੋਟੋਆਂ ਲਾਉਣ ਲੱਗੇ ਹੋ। ਇਹ ਨਹੀਂ ਮੈਂ ਕਹਿੰਦਾ ਉਹ ਮਾੜੇ ਨੇ ਜਾਂ ਉਹ ਬੁਰੇ ਨੇ, ਗਲਤ ਨੇ, ਉਹ ਵੀ ਮੇਰੇ ਵੀਰ ਧਰਨਿਆਂ ਵਿੱਚ ਬੈਠੇ ਨੇ, ਪਰ ਸਾਡਾ ਰੋਲ ਮਾਡਲ ਗਾਉਣ ਵਾਲੇ ਨਹੀਂ, ਸਾਡਾ ਰੋਲ ਮਾਡਲ ਸਾਡੇ ਸ਼ਹੀਦ ਨੇ। ਸਰਦਾਰ ਬਘੇਲ ਸਿੰਘ ਨੇ ਜਿੰਨੇ ਇਤਿਹਾਸਕ ਸਥਾਨ ਸੀ ਨਾ, ਤਾਂ ਉਹ ਸਾਰੇ ਜਿੱਥੇ ਮਸਜਿਦਾਂ ਬਣਾਈਆਂ ਗਈਆਂ ਇਤਿਹਾਸਕ ਅਸਥਾਨਾਂ ਤੇ, ਉਹ ਸਾਰੀਆਂ ਆਜ਼ਾਦ ਕਰਾਈਆਂ। ਦਿੱਲੀ ਦੇ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ। ਤਾਂ ਉਹ ਜਿਹੜੀ ਉੱਥੋਂ ਦੀ ਰਾਣੀ ਸੀ, ਜਿਹੜੇ ਅਹਿਲਕਾਰ ਸਨ, ਉਹਨਾਂ ਨੂੰ ਪਤਾ ਚੱਲਿਆ ਤੇ ਅਖੀਰ ਕਹਿੰਦੇ ਉਹਨਾਂ ਨੇ ਆ ਕੇ, ਉਹਨਾਂ ਨੂੰ ਕਿਸੇ ਨੇ ਆਖਿਆ ਵੀ ਇਹ ਰਾਜ ਖਾਲਸੇ ਦਾ ਹੋ ਗਿਆ ਦਿੱਲੀ ਤੇ, ਸਾਰੇ ਹਿੰਦੁਸਤਾਨ ਦੀ ਧਰਤੀ ਤੇ। ਪਰ ਕਹਿੰਦੇ ਉਹ ਕਹਿਣ ਲੱਗੀ ਵੀ ਕਿਸੇ ਤਰ੍ਹਾਂ ਸਾਨੂੰ ਵਾਪਸ ਮਿਲ ਸਕਦਾ, ਕੁਝ ਕੁ ਤਾਂ ਸਾਨੂੰ ਵਾਪਸ ਮਿਲ ਜੇ। ਉਹ ਕਹਿੰਦੇ ਉਂਝ ਤਾਂ ਨਹੀਂ ਇਹਨਾਂ ਨੇ ਦੇਣਾ, ਪਰ ਇਹ ਜਿੱਥੇ ਸੂਰਬੀਰ ਬਹੁਤ ਨੇ ਉੱਥੇ ਇਹ ਦਿਆਲੂ ਵੀ ਬਹੁਤ ਨੇ। ਜਦੋਂ ਇਹਨਾਂ ਅੱਗੇ ਅਰਦਾਸ ਕਰੀਏ, ਗੁਰੂ ਦਾ ਵਾਸਤਾ ਪਾਈਏ ਨਾ, ਗੁਰੂ ਦੇ ਵਾਸਤੇ ਅੱਗੇ ਆਪਣਾ ਆਪ ਸਭ ਕੁਝ ਨਿਸ਼ਾਵਰ ਕਰ ਦਿੰਦੇ ਨੇ। ਤੁਹਾਨੂੰ ਪਤਾ ਹੈ, ਆਪਾਂ ਫਰਖਸ਼ੀਰ ਦਾ ਇਤਿਹਾਸ ਤੁਸੀਂ ਪੜ੍ਹਿਆ ਹੋਣਾ, ਹੁਣ ਟਾਈਮ ਨਹੀਂ, ਵੀ ਉਹ ਸਮਾਂ ਸੀ ਜਦੋਂ ਜੇਲ੍ਹ ਦੇ ਵਿੱਚ 3 ਉਮਰਾਂ ਨੂੰ ਬੰਦ ਕੀਤਾ ਗਿਆ।
ਬਜ਼ੁਰਗ ਬਾਪੂ ਨੂੰ, ਨੌਜਵਾਨ ਨੂੰ, ਬੱਚੇ ਨੂੰ ਕਈ ਦਿਨ ਉਹਨਾਂ ਨੂੰ ਭੁੱਖਿਆਂ ਰੱਖਿਆ ਗਿਆ ਤਾਂ ਕਿ ਇਹ ਸਿੱਖ ਧਰਮ ਤੋਂ, ਸਿੱਖੀ ਤੋਂ ਡੋਲ ਜਾਣ। ਤੇ ਕਈ ਦਿਨਾਂ ਤੋਂ ਬਾਅਦ ਉਹਨਾਂ ਦੇ ਅੱਗੇ ਇੱਕ ਰੋਟੀ ਰੱਖੀ ਗਈ, ਇੱਕ ਪ੍ਰਸ਼ਾਦਾ। ਜਿਹੜਾ ਬਜ਼ੁਰਗ ਹੈ ਉਹ ਨੌਜਵਾਨ ਨੂੰ ਦੇ ਦਿੰਦਾ ਹੈ, ਨੌਜਵਾਨ ਬੱਚੇ ਨੂੰ ਦੇ ਦਿੰਦਾ ਹੈ। ਤਿੰਨਾਂ ਦੇ ਵਿੱਚੋਂ ਕੋਈ ਵੀ ਨਹੀਂ ਛਕਦਾ। ਬਜ਼ੁਰਗ ਕਹਿੰਦਾ ਮੈਂ ਅੱਜ ਹਾਂ ਕੱਲ ਨਹੀਂ ਹੋਵਾਂਗਾ, ਤੂੰ ਸਾਡਾ ਜਵਾਨੀ ਦਾ ਭਵਿੱਖ ਹੈ, ਆਉਣ ਵਾਲੇ ਸਮੇਂ ਦਾ ਤੂੰ ਛਕ ਲੈ। ਜਵਾਨ ਬੱਚੇ ਨੂੰ ਦਿੰਦਾ, ਕੋਈ ਨਹੀਂ ਛਕਦਾ। ਅਖੀਰ ਉਸ ਰੋਟੀ ਦੇ ਪ੍ਰਸ਼ਾਦੇ ਦੇ 3 ਟੁਕੜੇ ਹੁੰਦੇ ਨੇ ਤੇ ਤਿੰਨੇ ਹੀ ਉਹ ਛਕ ਜਾਂਦੇ ਨੇ। ਜ਼ਕਰੀਆ ਖਾਨ ਤੇ ਨਾਦਰ ਸ਼ਾਹ ਨੂੰ ਪਤਾ ਚੱਲਿਆ, ਕਹਿੰਦੇ ਇਸ ਕੌਮ ਨੂੰ ਨਹੀਂ ਕੋਈ ਮਾਰ ਸਕਦਾ, ਇਹ ਵੰਡ ਕੇ ਛਕਣ ਵਾਲੀ ਕੌਮ ਹੈ। ਉਹ ਕੌਮ ਕੇਵਲ ਉਦੋਂ ਹੀ ਵੰਡ ਕੇ ਛਕਣ ਵਾਲੀ ਨਹੀਂ ਸੀ। ਅੱਜ ਵੀ ਤੁਸੀਂ ਦੇਖ ਲਓ, ਜਿਹੜੇ ਪੁਲਿਸ ਵਾਲੇ ਉਹਨਾਂ ਹੀ ਕਿਸਾਨਾਂ ਦੇ ਉੱਪਰ ਜ਼ੁਲਮ, ਅਤਿਆਚਾਰ, ਪਾਣੀ ਦੀਆਂ ਬੁਛਾੜਾਂ ਕਰ ਰਹੇ ਨੇ, ਗੰਦਾ ਪਾਣੀ ਉਹਨਾਂ ਦੇ ਉੱਪਰ ਪਾ ਰਹੇ ਨੇ, ਡਾਂਗਾਂ ਸੋਟਿਆਂ ਨਾਲ ਕੁੱਟ ਰਹੇ ਨੇ ਤੇ ਉਹਨਾਂ ਨੂੰ ਨਾਲ ਪੰਗਤਾਂ ਲਗਾ ਕੇ ਲੰਗਰ ਛਕਾ ਰਹੇ ਨੇ। ਇਹ ਕੇਵਲ ਲੰਘ ਚੁੱਕੇ ਸਮੇਂ ਦੀ ਬਾਤ ਨਹੀਂ। ਅੱਜ ਵੀ ਸਾਡੇ ਬਜ਼ੁਰਗ ਬਾਪੂ, ਉਹ ਕਿਸਾਨ, ਉਸ ਇਤਿਹਾਸ ਨੂੰ ਅੱਜ ਵੀ ਦੁਹਰਾਉਂਦੇ ਪਏ ਨੇ। ਬੇਨਤੀ ਮੈਂ ਕਰ ਰਿਹਾ ਸਾਂ, ਜਦੋਂ ਰਾਣੀ ਨੇ ਆਖਿਆ ਕਿ ਸਾਡਾ ਰਾਜ ਭਾਗ ਸਾਨੂੰ ਦੇ ਸਕਦੇ ਨੇ, ਉਹ ਕਹਿੰਦੇ ਉਂਝ ਤਾਂ ਨਹੀਂ ਇਹਨਾਂ ਨੇ ਦੇਣਾ, ਕਿਉਂਕਿ ਇਹਨਾਂ ਨੇ ਤੁਹਾਡੇ ਤੋਂ ਭੀਖ ਵਿੱਚ ਨਹੀਂ ਮੰਗਿਆ, ਇਹਨਾਂ ਨੇ ਆਪਣਾ ਜੰਗ ਕਰਕੇ ਆਪਣਾ ਹੱਕ ਮੰਗਿਆ ਹੈ। ਕਿਉਂਕਿ ਉਹ ਮੰਗਾਂ ਨਹੀਂ ਮਨਾਉਣ ਜਾ ਰਹੇ। ਆਪਾਂ ਕਹਿੰਦੇ ਵੀ ਮੰਗਾਂ ਨਹੀਂ, ਪੰਜਾਬ ਦੇ ਕਿਸਾਨ ਮੰਗਾਂ ਨਹੀਂ ਮੰਗਦੇ, ਕਿਉਂਕਿ ਮੰਗ ਉਹ ਹੁੰਦੀ ਹੈ ਜਿਹੜੀ ਕਿਸੇ ਤੋਂ ਭੀਖ ਵਿੱਚ ਲੈਣੀ। ਮੰਗ ਤਾਂ ਉਹਨੂੰ ਕਹਿੰਦੇ ਜਿਹੜਾ ਕੁਝ ਮੰਗਦਾ ਹੋਵੇ। ਇਹ ਤਾਂ ਆਪਣਾ ਹੱਕ ਲੈਣ ਵਾਸਤੇ ਬੈਠੇ ਨੇ ਉੱਥੇ। ਖੈਰ ਜਦੋਂ ਆਖਿਆ ਵੀ ਇਹ ਕੁਝ ਦੇ ਸਕਦੇ ਨੇ, ਉਹ ਕਹਿੰਦੇ ਗੁਰੂ ਦਾ ਵਾਸਤਾ ਪਾਓ। ਕਹਿੰਦੇ ਰਾਣੀ ਨੇ ਗੁਰੂ ਦਾ ਵਾਸਤਾ ਪਾਇਆ ਨਾ, ਕਹਿੰਦੇ ਉਹਨਾਂ ਨੂੰ ਵਾਪਸ ਕਰ ਦਿੱਤਾ ਰਾਜ ਭਾਗ। ਤੇ ਨਾਲ ਦੇ ਜਿਹੜੇ ਸਿੰਘ ਸੀ, ਕਹਿੰਦੇ ਬਾਬਾ ਬਘੇਲ ਸਿੰਘ ਜੀ ਨੂੰ, ਕਹਿੰਦੇ ਜਥੇਦਾਰ ਜੀ ਇਹ ਤੁਸੀਂ ਕੀ ਕੀਤਾ? ਇੰਨੀ ਮੁਸ਼ਕਲ ਦੇ ਨਾਲ ਜੱਦੋ ਜਹਿਦ ਕਰਕੇ ਆਪਾਂ ਮੋਰਚਾ ਫਤਿਹ ਕੀਤਾ, ਤੁਸੀਂ ਫੇਰ ਇਹਨਾਂ ਨੂੰ ਦੇ ਦਿੱਤਾ ਹੈ। ਤੇ ਬਾਬਾ ਬਘੇਲ ਸਿੰਘ ਕਹਿਣ ਲੱਗੇ ਖਾਲਸੇ ਵਾਸਤੇ ਦਿੱਲੀ ਮਾਰਨੀ ਤੇ ਬਿੱਲੀ ਮਾਰਨੀ ਤੇ ਦਿੱਲੀ ਫਤਿਹ ਕਰਨੀ, ਕਹਿੰਦੇ ਇੱਕੋ ਹੀ ਗੱਲ ਹੈ। ਇਹ ਦਿੱਲੀ ਤੇ ਬਿੱਲੀ ਵਾਲੀ ਕਹਾਵਤ ਉਦੋਂ ਲਾਗੂ ਹੋਈ ਸੀ, ਭਾਵ ਜਿਹੋ ਜੀ ਬਿੱਲੀ ਮਾਰਤੀ ਤੇ ਉਹ ਜੀ ਕਹਿੰਦੇ ਦਿੱਲੀ ਫਤਿਹ ਕਰ ਲਈ। ਤੇ ਅੱਜ ਵੀ ਉਹ ਸਾਡੇ ਯੋਧੇ, ਸਾਡੀ ਕੌਮ ਦੇ ਅੱਜ ਵੀ ਬੜੇ ਹਨ ਜਿਹੜੇ ਆਪਣੇ ਹੱਕਾਂ ਵਾਸਤੇ ਲੜ ਰਹੇ ਨੇ। ਆਪਾਂ ਹੋਰ ਨਹੀਂ ਕੁਝ ਕਰ ਸਕਦੇ, ਆਪਾਂ ਕੇਵਲ ਉਹਨਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਸੀਂ ਰੋਜ਼ ਕਿਸਾਨਾਂ ਦੇ ਸੰਬੰਧ ਵਿੱਚ ਇੱਥੇ ਅਰਦਾਸ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਤੇ ਆਪਾਂ ਕਰਦੇ ਹਾਂ। ਗੁਰੂ ਸਾਹਿਬ ਕਰਵਾਉਂਦੇ ਨੇ, ਸਾਨੂੰ ਕਰਨੀ ਚਾਹੀਦੀ ਹੈ। ਅਰਦਾਸ ਵਿੱਚ ਬੜੀ ਬਰਕਤ ਹੈ, ਅਰਦਾਸ ਵਿੱਚ ਬੜੀ ਤਾਕਤ ਹੈ। ਅਰਦਾਸ ਉਹਨਾਂ ਲਈ ਮਹਾਨ ਹੈ ਜਿਨ੍ਹਾਂ ਦਾ ਗੁਰੂ ਤੇ ਅਰਦਾਸ ਤੇ ਭਰੋਸਾ ਹੈ, ਤੇ ਜਿਨ੍ਹਾਂ ਦਾ ਗੁਰੂ ਤੇ ਅਰਦਾਸ ਤੇ ਭਰੋਸਾ ਨਹੀਂ, ਉਹਨਾਂ ਵਾਸਤੇ ਅਰਦਾਸ ਕੋਈ ਮਾਇਨੇ ਨਹੀਂ ਰੱਖਦੀ। ਤੋ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਫਿਰ ਉਸ ਮੌਲਵੀ ਨੂੰ, ਉਸ ਕਾਜੀ ਨੂੰ ਗੁਰੂ ਪਾਤਸ਼ਾਹ ਨੇ ਜਿਹੜਾ ਉਪਦੇਸ਼ ਦਿੱਤਾ, ਉਹਦੀ ਮੱਤ ਨੂੰ ਟਿਕਾਣੇ ਲਿਆਂਦਾ ਕਿ ਬਾਹਰਲੇ ਕੱਪੜੇ ਮੈਲੇ ਹੋ ਜਾਂਦੇ ਨੇ, ਇਹ ਧੋ ਲਏ ਜਾਣਗੇ। ਤਨ ਮੈਲਾ ਹੋ ਜਾਏਗਾ, ਧੋ ਲਾਂਗੇ। ਜਪਜੀ ਸਾਹਿਬ ਦੀ ਬਾਣੀ ਤੁਸੀਂ ਪੜ੍ਹਦੇ ਹੋ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਇੱਥੋਂ ਤੱਕ ਗੱਲ ਬਾਣੀ ਵਿੱਚ ਤਨ ਦੀ ਕੀਤੀ ਗਈ ਹੈ। ਭਰੀਐ ਹੱਥ ਪੈਰ, ਭਰੀਐ ਦੇ ਅਰਥ ਨੇ ਸਾਰੇ ਸਾਡੇ ਹੱਥ ਪੈਰ ਮੈਲੇ ਹੋ ਜਾਣ, ਸਰੀਰ ਮੈਲਾ ਹੋ ਜੇ, ਆਪਾਂ ਇਸ਼ਨਾਨ ਕਰ ਲੈਂਦੇ ਹਾਂ, ਕੱਪੜੇ ਮੈਲੇ ਹੋ ਜਾਣ ਆਪਾਂ ਧੋ ਲੈਂਦੇ ਹਾਂ। ਪਰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਪਾਣੀ ਦੇ ਨਾਲ ਤੁਸੀਂ ਤਨ ਨੂੰ ਸਾਫ਼ ਕਰ ਸਕੋਗੇ। ਪਰ ਮੇਰੇ ਸਤਿਗੁਰੂ ਕਹਿੰਦੇ ਬੰਦਿਆਂ, ਜੇ ਮੱਤ ਤੇਰੀ ਵਿਕਾਰਾਂ ਦੇ ਨਾਲ, ਜੇ ਤੇਰੀ ਮੱਤ ਪਾਪਾਂ ਨਾਲ ਭਰ ਜੇ, ਇਹ ਕਹਿੰਦੇ ਪਾਣੀ ਨਾਲ ਨਹੀਂ ਸਾਫ਼ ਹੋਣੀ। ਜਿੰਨੀਆਂ ਮਰਜ਼ੀ ਤੂੰ ਟੁੱਬੀਆਂ ਲਾ ਲਈ, ਜਿੰਨੇ ਮਰਜ਼ੀ ਤੀਰਥਾਂ ਤੇ ਚਲਿਆ ਜਾਈ, ਕਹਿੰਦੇ ਤੇਰੀ ਮੱਤ ਪਾਣੀ ਨਾਲ ਨਹੀਂ, ਤੇਰੀ ਜਿਹੜੀ ਮੱਤ ਹੈ ਨਾ ਇਹ ਸਾਫ਼ ਨਿਰਮਲ ਹੋਵੇਗੀ ਬਾਣੀ ਨਾਲ। ਜਦੋਂ ਬਾਣੀ ਪੜ੍ਹੇਗਾ, ਉਹਦੇ ਅਰਥ ਵਿਚਾਰ ਆਪਣੇ ਜੀਵਨ ਵਿੱਚ ਲਾਗੂ ਕਰੇਗਾ, ਈਰਖਾ ਦਵੈਸ਼ ਤੋਂ ਜਦੋਂ ਤੇਰਾ ਮਨ ਰਹਿਤ ਹੋਣ ਲੱਗ ਗਿਆ। ਵੇਖੋ ਸੇਵਾ ਆਪਾਂ ਕਰਦੇ ਹਾਂ, ਗੁਰਦੁਆਰਾ ਸਾਹਿਬ ਸੇਵਾ ਕਰ ਰਹੇ ਹਾਂ, ਲੰਗਰ ਵਿੱਚ ਕਰ ਰਹੇ ਹਾਂ। ਜੇ ਸੇਵਾ ਕਰਦਿਆਂ ਜੇ ਕੋਈ ਕਵੇ ਵੀ ਸੇਵਾ ਕਰਨ ਦਾ ਕੀ ਫਲ ਹੈ, ਕੀ ਫਲ ਮਿਲੂਗਾ, ਪਰ ਮੈਂ ਬੇਨਤੀ ਕਰਦਿਆਂ ਵੀ ਜੇ ਸੇਵਾ ਕਰਦਿਆਂ ਗੁਰੂ ਘਰ ਆਉਂਦਿਆਂ ਜੇ ਇੱਕ ਦੂਜੇ ਨਾਲੋਂ ਈਰਖਾ ਦਵੈਸ਼ ਖਤਮ ਹੋ ਗਈ ਨਾ, ਤਾਂ ਸਮਝੋ ਤੁਹਾਨੂੰ ਅੱਧਾ ਕੁ ਫਲ ਤਾਂ ਮਿਲ ਹੀ ਗਿਆ ਹੈ। ਜੇ ਈਰਖਾ ਦਵੈਸ਼ ਖਤਮ ਹੋ ਗਈ ਆਪਸ ਦੇ ਵਿੱਚ, ਜੇ ਸੇਵਾ ਕਰਦਿਆਂ
ਪਰ ਜੇ ਸੇਵਾ ਵੀ ਕਰਦਾ ਹੈ ਅੰਦਰ ਉਹ ਵੀ ਕ੍ਰੋਧ ਲਈ ਫਿਰਦਾ, ਪਰ ਬਾਣੀ ਤਾਂ ਪ੍ਰਵਾਨ ਹੀ ਨਹੀਂ ਕਰਦੀ। ਬਾਣੀ ਤਾਂ ਹਉਮੈ ਵਾਲੇ ਬੰਦੇ ਨੂੰ ਪ੍ਰਵਾਨ ਨਹੀਂ ਕਰਦੀ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਕਹਿੰਦੇ ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਬਹੁਤ ਜ਼ਿਆਦਾ ਵਿਰੋਧ ਹੈ। ਮੇਰੇ ਸਤਿਗੁਰੂ ਕਹਿੰਦੇ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ ਮੂਤ ਪਲੀਤੀ। ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ। ਕਹਿੰਦੇ ਮਤ ਪਾਪਾਂ ਨਾਲ ਭਰੀ ਪਈ ਹੈ। ਪਾਪ ਕੀ ਹੈ? ਕਿਸੇ ਜਾਨਵਰ ਨੂੰ ਮਾਰਨਾ ਆਦਿਕ, ਇਹ ਵੀ ਆਪਾਂ ਕਹਿੰਦੇ ਇੱਕ ਪਾਪ ਹੈ ਪਾਪ ਬਿਲਕੁਲ। ਪਰ ਸਤਿਗੁਰੂ ਜੀ ਅਸਲੀ ਪਾਪ ਕਿਹਨੂੰ ਮੰਨਦੇ ਨੇ? ਹੋ ਸਕਦਾ ਹੈ ਕਿਹੜਾ ਬੰਦਾ ਹੈ, ਤੁਸੀਂ ਕਿੰਨੇ ਕੁ ਜਾਨਵਰ ਮਾਰਦੇ ਹੋ ਮੈਨੂੰ ਨਹੀਂ ਲੱਗਦਾ, ਪਰ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ ਵੀ ਸਹੀ ਮਾਇਨਿਆਂ ਵਿੱਚ ਅਸਲ ਪਾਪ ਕੀ ਹੈ? ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਸਹੀ ਮਾਇਨਿਆਂ ਦੇ ਵਿੱਚ ਕਿਸੇ ਦੇ ਬਾਰੇ ਬੁਰਾ ਸੋਚਣਾ ਹੀ ਪਾਪ ਹੈ। ਜਿੰਨੀ ਮਰਜ਼ੀ ਸੇਵਾ ਕਰ ਲਈ, ਜਿੰਨੇ ਮਰਜ਼ੀ ਜਪ ਤਪ ਕਰ ਲਈ, ਤੇ ਉਹ ਗੱਲ ਹੋ ਗਈ। ਕਹਿੰਦੇ ਅਮਲੀਆਂ ਨੇ ਭੰਗ ਪੀ ਲਈ ਤੇ ਨਦੀ ਕਿਨਾਰੇ ਜਾ ਬੈਠੇ। ਸਮਾਪਤੀ ਵਾਲੇ ਪਾਸੇ ਆਵਾਂ, ਨਦੀ ਕਿਨਾਰੇ ਬਹਿ ਕੇ ਲੋਰ ਉਹਨਾਂ ਨੂੰ ਚੜ੍ਹ ਗਈ। ਕਹਿੰਦੇ ਪਰਲੇ ਪਾਸੇ ਚੱਲੀਏ, ਕਹਿੰਦੇ ਚਲੋ ਚੱਲੀਏ। ਰਾਤ ਦਾ ਸਮੇਂ, ਜਿਉਂ ਲੱਗੇ ਚੱਪੂ ਮਾਰਨ, ਅਮਲ ਦੇ ਵਿੱਚ ਪੂਰੇ ਧੁੱਤ ਨੇ, ਭੰਗ ਚੜ੍ਹ ਗਈ। ਚੱਪੂ ਸਾਰੀ ਰਾਤ ਹੀ ਮਾਂ ਦੇ ਪੁੱਤ ਮਾਰਦੇ ਰਹੇ। ਜਦੋਂ ਸਵੇਰ ਹੋਈ, ਦਿਨ ਜਾ ਚੜ੍ਹਿਆ ਤੇ ਭੰਗ ਲੱਥੀ। ਬਾਹਾਂ ਜਦੋਂ ਮੋਢੇ ਪੀੜ ਹੋਣ ਲੱਗ ਗਏ, ਇੱਕ ਕਹਿੰਦਾ ਦੇਖ ਤਾਂ ਲਓ ਕਿੱਥੇ ਜੇ ਪਹੁੰਚ ਗਏ, ਤੇ ਦੂਜਾ ਕਹਿੰਦਾ ਕਿਤੇ ਵੀ ਨਹੀਂ ਪਹੁੰਚੇ। ਕਿਉਂ? ਕਹਿੰਦੇ ਸਾਰੀ ਰਾਤ ਚੱਪੂ ਮਾਰੇ, ਕਿੱਦਾਂ ਹੋ ਸਕਦਾ ਵੀ ਆਪਾਂ ਕਿਤੇ ਨਾ ਪਹੁੰਚੇ ਹੋਈਏ। ਤੇ ਦੂਜਾ ਕੰਨ ਜਾ ਖੁਰਕ ਕੇ ਕਹਿੰਦਾ ਜਿਹੜੀ ਬੇੜੀ ਸੰਗਲ ਖੋਲਣੇ ਸੀ, ਸੰਗਲ ਰੱਸੇ ਤਾਂ ਖੋਲੇ ਨਹੀਂ, ਬੇੜੀ ਤਾਂ ਕਹਿੰਦੇ ਰੱਸਿਆਂ ਨਾਲ ਬੰਨੀ ਪਈ, ਪਹੁੰਚਾਂਗੇ ਕਿਤੇ? ਕਹਿੰਦੇ ਕਿਤੇ ਵੀ ਨਹੀਂ ਪਹੁੰਚੇ। ਇਹ ਗੱਲ ਅਮਲੀ ਦੀ ਜਾਂ ਕਿਸੇ ਬੇੜੀ ਦੀ ਨਹੀਂ ਹੋ ਰਹੀ, ਇਹ ਗੱਲ ਬੰਦਿਆ ਤੇਰੀ ਹੋ ਰਹੀ ਹੈ, ਮੇਰੀ, ਸਾਡੀ, ਤੁਹਾਡੀ ਹੋ ਰਹੀ ਹੈ, ਕੁਝ ਕੁ ਨੂੰ ਛੱਡ ਕੇ। ਦਰਅਸਲ ਬੰਦਾ ਧਾਰਮਿਕ ਸੇਵਾ ਦਾਨ ਪੁੰਨ ਦੇ ਚੱਪੂ ਤਾਂ ਬਹੁਤ ਮਾਰਦਾ ਹੈ, ਪਰ ਵਹਿਮਾਂ ਭਰਮਾਂ ਦੇ ਜਿਹੜੇ ਸੰਗਲ ਨੇ ਨਾ, ਉਹ ਵੀ ਨਾਲ ਹੀ ਬੰਨੇ ਹੋਏ, ਉਹ ਨਹੀਂ ਖੋਲਦਾ, ਉਹ ਨਹੀਂ ਖੋਲਦਾ। ਜੇ ਉਹ ਖੋਲੇਗਾ ਤਾਂ ਹੀ ਬੇੜੀ ਕਿਸੇ ਬੰਨੇ ਲੱਗੇਗੀ। ਇਸੇ ਤਰ੍ਹਾਂ ਇਹ ਮੈਂ ਨਹੀਂ ਕਹਿੰਦਾ, ਕੋਲੋਂ ਕੁਛ ਨਹੀਂ। ਭਾਈ ਗੁਰਦਾਸ ਸਾਹਿਬ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ ਹੈ। ਉਹ ਕਹਿੰਦੇ ਪੂਛਤ ਹੈ ਪਥਕ ਤੇ ਮਾਰਗ ਨਾ ਧਰੇ ਪੱਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸਿਉ ਜਾਈਐ। ਬੰਦਾ ਚੁਰਾਹੇ ਦੇ ਵਿੱਚ ਖੜਾ ਰਵੇ, ਜਿਹੜਾ ਆਵੇ ਨੂੰ ਪੁੱਛੀ ਜਾਵੇ ਆਹ ਰਸਤਾ ਕਿੱਧਰ ਜਾਂਦਾ ਹੈ, ਕਿੱਧਰ ਜਾਂਦਾ ਹੈ, ਕਿੱਧਰ ਜਾਂਦਾ ਹੈ। ਬੰਦਾ ਮੁੜ ਕੇ 100 ਮੀਲ ਤੋਂ ਵਾਪਸ ਆ ਜਾਏ ਵੀ ਤੂੰ ਇੱਥੇ ਹੀ ਖੜਾ, ਵੀ ਤੂੰ ਦੱਸ ਕਿੱਥੇ ਜਾਣਾ। ਉਹ ਕਹੇ ਨਹੀਂ ਆਪਾਂ ਨਹੀਂ ਕਿਤੇ ਜਾਣਾ। ਉਹ ਕਹਿੰਦੇ ਫਿਰ ਰਸਤਾ ਕਿਉਂ ਪੁੱਛਦਾ ਹੈ? ਤੇ ਜਿਹੜਾ ਰਸਤਾ ਹੀ ਪੁੱਛਦਾ ਰਵੇ ਉਹ ਕਿਤੇ ਨਹੀਂ ਪਹੁੰਚਦਾ। ਜੇ ਦੁਨਿਆਵੀ ਰਸਤਾ ਪੁੱਛਣ ਨਾਲ ਕਿਤੇ ਨਹੀਂ ਪਹੁੰਚਦੇ, ਇਸੇ ਤਰ੍ਹਾਂ ਜੇ ਕਹਿੰਦੇ ਧਰਮ ਦੀਆਂ ਕੱਲੀਆਂ ਗੱਲਾਂ ਹੀ ਕਰਦਾ ਰਵੇ ਨਾ, ਬੰਦਾ ਪੁੱਛਦਾ ਹੀ ਰਵੇ ਪਰ ਤੁਰੇ ਨਾ। ਤੁਰਨਾ ਕੀ ਹੈ? ਗੁਰੂ ਦੇ ਉਪਦੇਸ਼ ਨੂੰ ਜੀਵਨ ਵਿੱਚ ਲਾਗੂ ਕਰਨਾ ਹੀ ਤੁਰਨਾ ਹੈ। ਸਤਿਗੁਰੂ ਜੀ ਮਿਹਰ ਕਰਨ, ਕਿਰਪਾ ਕਰਨ। ਸੋ ਆਪ ਸਮੂਹ ਸਿੱਖ ਸੰਗਤਾਂ ਨੂੰ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਔਰ ਪਵਿੱਤਰ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ।